ਪੰਜਾਬ ਦੇ ਵਿੱਚ ਇੱਕ ਤਰਾਸਦੀ ਰਹੀ ਹੈ ਕਿ ਬਹੁਤ ਸਾਰੇ ਬੇਕਸੂਰਾਂ ਨੂੰ ਸਜ਼ਾਵਾਂ ਭੁਗਤਣੀਆਂ ਪੈਂਦੀਆਂ ਨੇ, ਇੱਥੋਂ ਤੱਕ ਕਿ ਆਪਣੀਆਂ ਜਾਨਾਂ ਤੱਕ ਗਵਾਉਣੀਆਂ ਪਈਆਂ। ਪਰ ਉਹਨਾਂ ਦੇ ਵਿੱਚ ਵੱਡੀ ਸੂਈ ਜੇਕਰ ਉੱਠਦੀ ਰਹੀ ਹੈ, ਸਵਾਲ ਉੱਠਦੇ ਰਹੇ ਹੈ ਤੇ ਪੁਲਿਸ ਅਫਸਰਾਂ ਦੇ ਉੱਤੇ। ਹਾਲਾਂਕਿ ਪੰਜਾਬ ਪੁਲਿਸ ਦੇ ਵਿੱਚ ਬਹੁਤ ਸਾਰੇ ਅਫਸਰ ਇਮਾਨਦਾਰ ਵੀ ਹੋਣਗੇ, ਪਰ ਜਿਨ੍ਹਾਂ ਨੇ ਵਰਦੀਆਂ ਦੇ ਉੱਤੇ ਦਾਗ ਲਾਏ ਨੇ ਉਹਨਾਂ ਦੀ ਗਿਣਤੀ ਵੀ ਘੱਟ ਨਹੀਂ। ਤੇ ਉਸੇ ਤਰ੍ਹਾਂ ਦਾ ਇੱਕ ਪੁਰਾਣਾ ਕੇਸ ਹੈ, 33 ਸਾਲ ਪੁਰਾਣਾ ਮੁਲਤਾਨੀ ਕਤਲकांड ਦੇ ਨਾਲ ਜਾਣਿਆ ਜਾਂਦਾ ਕੇਸ ਹੈ। ਉਸ ਕੇਸ ਦੇ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਕਿਵੇਂ ਵਧੀਆਂ ਨੇ ਔਰ ਇਸ ਦੀ ਤੰਦ ਸੁਮੇਧ ਸੈਣੀ ਨਾਲ ਕਿਵੇਂ ਜੁੜਦੀ ਹੈ। ਔਰ 2020 ਦੇ ਵਿੱਚ ਇੱਕ SIT ਨੇ ਮਾਮਲਾ ਦਰਜ ਕੀਤਾ ਸੀ ਜਿਸ ਦੇ ਵਿੱਚ ਵੱਖ-ਵੱਖ ਸਖਤ ਧਾਰਾਵਾਂ ਲਗਾਈਆਂ ਗਈਆਂ ਸੀ। ਉਸ ਕੇਸ ਦੇ ਬਾਰੇ ਅਸੀਂ ਗੱਲਬਾਤ ਕਰਨੀ ਹੈ ਕਿ ਸੁਮੇਧ ਸੈਣੀ ਕਿਵੇਂ ਕਾਨੂੰਨ ਦੀ ਕੜਿੱਕੀ ਦੇ ਵਿੱਚ ਫਸੇ ਨੇ। ਇਸ ਕੇਸ ਦੀ ਜਿਹੜੀ ਪੈਰਵਾਈ ਲਗਾਤਾਰ ਕਰ ਰਹੇ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਾਣੇ ਪਛਾਣੇ ਵਕੀਲ ਨੇ, ਸੀਨੀਅਰ ਐਡਵੋਕੇਟ ਪ੍ਰਦੀਪ ਵਿਰਕ ਜੀ ਸਾਡੇ ਨਾਲ ਹੈ। ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਇਸ ਕੇਸ ਬਾਬਤ, ਸ਼ੁਰੂ ਤੋਂ ਲੈ ਕੇ ਹੁਣ ਤੱਕ ਕਿੱਥੇ ਪੁੱਜੀ ਹੈ ਕਹਾਣੀ। ਐਡਵੋਕੇਟ ਸਾਹਿਬ, ਸਭ ਤੋਂ ਪਹਿਲਾਂ ਤੇ ਇਸ ਮੁਲਤਾਨੀ ਕਤਲकांड ਦੇ ਵਿੱਚ ਬਹੁਤ ਸਾਰੇ ਲੋਕ ਥੋੜਾ ਜਾਣਦੇ ਆ, ਕੁਝ ਲੋਕ ਇਹ ਵੀ ਜਾਣਦੇ ਆ ਕਿ ਹਾਂ ਇਸ ਵਿੱਚ ਪੁਲਿਸ ਅਫਸਰ ਕਸੂਰਵਾਰ ਨੇ। ਇਸ ਕੇਸ ਦੀ ਪਹਿਲਾਂ ਪਿੱਠ ਭੂਮੀ ਜਾਣਨਾ ਚਾਹਾਂਗੇ ਕਿ ਸ਼ੁਰੂਆਤ ਕਿਵੇਂ ਹੁੰਦੀ ਹੈ ਇਸ ਕੇਸ ਦੀ। ਵੇਖੋ ਜੀ, 1991 ਦੇ ਵਿੱਚ ਜੀ ਜਦੋਂ ਸੁਮੇਧ ਸੈਣੀ ਤੇ ਬਲਾਸਟ ਹੋਇਆ ਸੀ ਜੀ, ਸੋ ਉਸ ਕੇਸ ਦੀ ਤਫਤੀਸ਼ ਕਰਦੇ ਹੋਏ SSP ਚੰਡੀਗੜ੍ਹ ਸੀਗਾ ਉਸ ਵੇਲੇ ਜੀ। ਸੋ ਉਸ ਕੇਸ ਦੀ ਤਫਤੀਸ਼ ਦੇ ਦੌਰਾਨ ਸੁਮੇਧ ਸੈਣੀ ਨੇ ਦੇਵਿੰਦਰਪਾਲ ਭੁੱਲਰ ਨੂੰ ਲੱਭਣਾ ਸ਼ੁਰੂ ਕੀਤਾ, ਵਨ ਆਫ ਦੀ ਅਕਿਊਜ਼ ਜੀ। ਉਹਨਾਂ ਦੇ ਵਿੱਚ ਕਿ ਜੋ ਕੌਣ ਜਾਣਕਾਰ ਨੇ ਉਹਨਾਂ 'ਚ ਮੁਲਤਾਨੀ ਦਾ ਨਾਂ ਆ, ਲੇਟ ਸ਼੍ਰੀ ਬਲਵੰਤ ਸਿੰਘ ਮੁਲਤਾਨੀ। 11 ਦਸੰਬਰ 1991 ਦੀ ਗੱਲ ਹੈ। ਉਹਨਾਂ ਨੂੰ ਮੋਹਾਲੀ ਦੇ ਵਿੱਚ ਫੇਜ਼ 7 ਦੇ ਵਿੱਚ ਉਹ ਰਹਿੰਦੇ ਸੀ, ਉਹਨਾਂ ਦੇ ਘਰੋਂ ਚੰਡੀਗੜ੍ਹ ਪੁਲਿਸ ਦੀ ਟੀਮ ਨੇ ਚੁੱਕਿਆ ਜੀ। ਉਸ ਤੋਂ ਬਾਅਦ 2 ਦਿਨਾਂ ਬਾਅਦ ਇਲੀਗਲੀ ਡਿਟੇਨ ਕਰਕੇ ਉਹਨਾਂ ਤੇ ਪਰਚਾ ਦਰਜ ਕੀਤਾ ਗਿਆ। ਸ਼ੋਅ ਕੀਤਾ ਗਿਆ ਕਿ ਉਹਨਾਂ ਦੇ ਉੱਤੇ ਉਹ ਇੱਕ ਟੈਰਰਿਸਟ ਸੀ ਜਾਂ ਟੈਰਰਿਸਟਾਂ ਨਾਲ ਲਿੰਕ ਸੀ। ਆਰਮਜ਼ ਐਕਟ ਤੇ ਟਾਡਾ ਦੇ ਅੰਡਰ ਉਹਨਾਂ ਨੂੰ ਬੁੱਕ ਕੀਤਾ ਗਿਆ ਜੀ। IPC ਦੀਆਂ ਧਾਰਾਵਾਂ ਤਾਂ ਆਬਵੀਅਸਲੀ ਐਡ ਹੋਣੀਆਂ ਹੀ ਸੀ ਜਦੋਂ ਇੰਨੀਆਂ ਸੀਰੀਅਸ ਅਫੈਂਸਿਸ ਸੀ। ਉਸ ਤੋਂ ਬਾਅਦ ਕਸਟਡੀ ਦੇ ਵਿੱਚ ਇੰਨਾ ਟੌਰਚਰ ਕੀਤਾ ਕਿ ਉਹਨਾਂ ਦੀ ਡੈਥ ਹੋ ਗਈ। ਪ੍ਰੈਕਟੀਕਲੀ ਉਹ ਕਸਟੋਡੀਅਲ ਟੌਰਚਰ ਨਹੀਂ, ਕਸਟੋਡੀਅਲ ਡੈਥ ਨਹੀਂ, ਇੱਕ ਕੋਲਡ ਬਲੱਡਡ ਮਰਡਰ ਹੈ। ਉਹ ਮਰਡਰ ਕਿਸ ਤਰ੍ਹਾਂ ਹੈ। ਉਸ ਤੋਂ ਬਾਅਦ ਉਸ ਚੀਜ਼ ਨੂੰ ਕਵਰ ਕਰਨ ਦੇ ਲਈ 18 ਦਸੰਬਰ ਨੂੰ ਇਹ ਸ਼ੋਅ ਕੀਤਾ ਕਿ ਪੁਲਿਸ ਟੀਮ ਉਹਨਾਂ ਨੂੰ ਕਾਦੀਆਂ ਲੈ ਕੇ ਗਈ ਹੈ ਜੀ, ਔਰ ਕਾਦੀਆਂ ਦੇ ਵਿੱਚ ਉਹ ਕਸਟਡੀ 'ਚੋਂ ਭੱਜ ਗਏ। ਸੋ ਇਹ ਕੋਲਡ ਬਲੱਡਡ ਮਰਡਰ ਹੈ ਕਿਉਂਕਿ ਉਹ ਜਿਹੇ ਝੂਠੇ ਕਾਗਜ਼ ਤਿਆਰ ਕੀਤੇ ਗਏ, ਸਾਰਾ ਕੁਝ ਕੀਤਾ ਗਿਆ ਟੂ ਸ਼ੋਅ ਕਿ ਉਹ ਬੰਦਾ ਕਾਦੀਆਂ ਲੈ ਕੇ ਗਈ ਹੈ ਪੁਲਿਸ ਜੀ। ਉਸ ਵੇਲੇ ਕੁਛ ਨਹੀਂ ਆਬਵੀਅਸਲੀ ਹੋ ਸਕਿਆ ਬਿਕੋਜ਼ ਸੈਣੀ SSP ਸੀ, ਰਿਪਰੈਜ਼ੈਂਟੇਸ਼ਨਸ ਦਿੱਤੀਆਂ ਗਈਆਂ, ਸਾਰਾ ਕੁਝ ਕੀਤਾ, ਬਟ ਕੋਈ ਇਨਵੈਸਟੀਗੇਸ਼ਨ ਹੈਡਵੇ ਨਹੀਂ ਹੋਇਆ, ਕੋਈ ਫੇਅਰ ਇਨਵੈਸਟੀਗੇਸ਼ਨ ਨਹੀਂ ਹੋਈ, ਕੋਈ ਜਸਟਿਸ ਨਹੀਂ ਮਿਲੀ, ਕੋਰਟਸ ਨੂੰ ਮਿਸਲੀਡ ਕੀਤਾ ਗਿਆ ਜੀ। ਫਾਈਨਲੀ ਇਸ ਕੇਸ ਦੇ ਵਿੱਚ ਜਿਹੜੇ ਲੋਕਾਂ ਨੇ ਟ੍ਰਾਇਲ ਫੇਸ ਕੀਤੀ ਸੀ, ਉਹਨਾਂ ਲੋਕਾਂ ਦੀ ਅਪੀਲ ਸੁਣਦੇ ਹੋਏ ਆਨਰੇਬਲ ਹਾਈ ਕੋਰਟ ਨੇ ਕਿਹਾ ਪ੍ਰੋਕਲੇਮਡ ਅਫੈਂਡਰਸ ਜਿਹੜੇ ਭਗੌੜੇ ਲੋਕੀ ਨੇ ਉਹਦੇ 'ਚ, ਉਹਨਾਂ ਨੂੰ ਲੱਭੋ ਜੀ। ਉਹ ਲੱਭਦੇ ਹੋਏ ਅਕਤੂਬਰ 2007 ਦੇ ਵਿੱਚ ਆਨਰੇਬਲ ਕੋਰਟ ਦੇ ਸਾਹਮਣੇ ਇੱਕ ਅਰਜ਼ੀ ਆਈ ਸੀ, ਜਿਹੜੀ ਲੇਟ ਸ਼੍ਰੀ ਮੁਲਤਾਨੀ ਦੇ ਫਾਦਰ ਜਿਹੜੇ ਸ਼੍ਰੀ DS ਮੁਲਤਾਨੀ, ਹੁਣ ਉਹਨਾਂ ਦੀ ਵੀ ਡੈਥ ਹੋ ਚੁੱਕੀ ਹੈ ਜੀ। ਉਹਨਾਂ ਨੇ ਐਪਲੀਕੇਸ਼ਨ ਲਾਈ ਕਿ ਜੀ ਮੇਰੇ ਬੇਟੇ ਨੂੰ ਭਗੌੜਾ ਗਲਤ ਡਿਕਲੇਅਰ ਕੀਤਾ ਗਿਆ ਹੈ, ਉਹਨੂੰ ਤਾਂ ਸੁਮੇਧ ਸੈਣੀ ਨੇ ਮਾਰਤਾ ਸੀ ਜੀ। ਉਸ ਐਲੀਗੇਸ਼ਨ ਦੇ ਉੱਤੇ CBI ਇਨਵੈਸਟੀਗੇਸ਼ਨ ਆਰਡਰ ਹੋਈ। CBI ਨੇ ਪਹਿਲਾਂ ਇੱਕ ਪ੍ਰੀਲਿਮਿਨਰੀ ਇਨਕੁਆਇਰੀ ਕੀਤੀ। 9 ਮਹੀਨੇ ਦੀ ਪ੍ਰੀਲਿਮਿਨਰੀ ਇਨਕੁਆਇਰੀ ਤੋਂ ਬਾਅਦ ਜੁਲਾਈ 2008 ਦੇ ਵਿੱਚ CBI ਨੇ FIR ਰਜਿਸਟਰ ਕੀਤੀ ਜੀ। ਉਹ FIR ਦੇ ਵਿੱਚ ਉਹਨਾਂ ਨੇ ਬੜੀ ਸਪੈਸੀਫਿਕਲੀ ਲਿਖਿਆ ਕਿ ਸੁਮੇਧ ਸੈਣੀ ਦੀ ਡਾਇਰੈਕਸ਼ਨਸ ਦੇ ਉੱਤੇ ਔਰ ਉਹਦੀ ਪ੍ਰੈਜ਼ੈਂਸ ਦੇ ਵਿੱਚ ਟੌਰਚਰ ਕੀਤਾ ਗਿਆ ਔਰ ਸਾਰੇ ਇਲੀਗਲ ਚੀਜ਼ਾਂ ਹੋਈਆਂ। ਇਹਨਾਂ ਤੋਂ ਇਲਾਵਾ ਹੋਰਾਂ ਨੂੰ ਵੀ ਟੌਰਚਰ ਕੀਤਾ ਗਿਆ, ਇਲੀਗਲੀ ਡਿਟੇਨ ਕੀਤਾ ਗਿਆ ਜੀ। ਉਹ ਇਨਵੈਸਟੀਗੇਸ਼ਨ CBI ਨੇ ਫਿਰ ਇੱਕ ਰੈਗੂਲਰ ਕੇਸ ਜਿਹਨੂੰ RC ਕਹਿੰਦੇ, FIR ਕਹਿੰਦੇ, ਉਹ ਰਜਿਸਟਰ ਕੀਤੀ ਸੀ। ਉਹਨੂੰ ਸਟੇਟ ਆਫ ਪੰਜਾਬ ਨੇ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕੀਤਾ ਇਸ ਗਰਾਊਂਡ ਦੇ ਉੱਤੇ ਕਿ ਜੀ ਸੁਮੇਧ ਸੈਣੀ ਨੂੰ ਬਿਨਾਂ ਸੁਣੇ ਇਨਵੈਸਟੀਗੇਸ਼ਨ ਟ੍ਰਾਂਸਫਰ ਕੀਤੀ ਗਈ ਹੈ। ਸੁਮੇਧ ਸੈਣੀ ਇੱਕ ਬੜਾ ਅਪਰਾਈਟ ਆਫਿਸਰ ਹੈ ਔਰ ਦੇਵਿੰਦਰਪਾਲ ਭੁੱਲਰ ਇੱਕ ਟੈਰਰਿਸਟ ਹੈ। ਉਸ ਕੇਸ ਦੇ ਨਾਲ ਇਹ ਚੀਜ਼ਾਂ ਲਿੰਕ ਨੇ ਔਰ ਉਸ ਚੀਜ਼ ਦੇ ਉੱਤੇ ਇੱਕ ਸਟੇ ਆਨਰੇਬਲ ਸੁਪਰੀਮ ਕੋਰਟ ਨੇ ਦਿੱਤਾ। ਫਾਈਨਲੀ ਨਵੰਬਰ 2011 ਦੇ ਵਿੱਚ ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਕਿ ਕਿਉਂਕਿ ਆਰਡਰ ਟ੍ਰਾਂਸਫਰਿੰਗ ਇਨਵੈਸਟੀਗੇਸ਼ਨ ਜਿਹੜਾ ਸੀ ਉਹ ਗਲਤ ਸੀ। ਮਤਲਬ ਤੁਹਾਡੀ ਇੱਥੇ ਗੱਲ ਮੈਂ ਰੋਕ ਰਿਹਾ, ਅੱਗੇ ਕੰਟੀਨਿਊ ਰੱਖਾਂਗੇ। ਉਸ ਵੇਲੇ ਦੀ ਸਰਕਾਰ ਸੁਮੇਧ ਸੈਣੀ ਦੇ ਹੱਕ ਵਿੱਚ ਭੁਗਤਦੀ ਹੈ ਬਿਲਕੁਲ ਟੋਟਲੀ ਪੰਜਾਬ ਸਰਕਾਰ ਨੇ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਕਿ ਸੁਮੇਧ ਸੈਣੀ ਬੜਾ ਅਪਰਾਈਟ ਔਰ ਵਧੀਆ ਅਫਸਰ ਹੈ ਔਰ ਇਹਨੂੰ ਬਚਾਉਣ ਦੇ ਮਤਲਬ ਇਹਨੂੰ ਅਸੀਂ ਤਾਂ ਬਚਾ ਰਹੇ ਹਾਂ ਬਿਕੋਜ਼ ਬਿਨਾਂ ਸੁਣੇ ਇਹਦੇ ਨਾਲ ਧੱਕਾ ਹੋ ਰਿਹਾ ਹੈ। ਦੂਜੇ ਜਿਹੜੇ ਹੈਗੇ ਲੋਕ ਉਹ ਟੈਰਰਿਸਟ ਨੇ ਜੀ ਔਰ ਉਹਨਾਂ ਨੂੰ
ਇਹ ਮਤਲਬ ਇਹਦਾ ਉਹਦੇ 'ਚ ਕੋਈ ਰੋਲ ਨਹੀਂ, ਬਿਨਾਂ ਸੁਨੇ ਇਹਨੂੰ ਇਹਦੇ ਖਿਲਾਫ FIR ਆਰਡਰ ਹੋਈ ਹੈ ਜੀ। ਸੋ ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਕਿ ਹਾਂ ਬਿਨਾਂ ਸੁਨੇ FIR ਨਹੀਂ ਰਜਿਸਟਰ ਹੋਣੀ ਚਾਹੀਦੀ, ਤਾਂ ਉਹ ਆਰਡਰ ਗਲਤ ਹੈ ਜੀ। ਉਸ ਆਰਡਰ ਨੂੰ ਕੁਐਸ਼ ਕਰਕੇ, ਖਾਰਿਜ ਕਰਕੇ ਕੋਰਟ ਨੇ ਕਿਹਾ ਕਿ ਇਸ ਤੋਂ ਬਾਅਦ ਦੇ ਆਰਡਰਸ ਔਰ ਸਬਸੀਕੁਐਂਟ ਸਾਰੀਆਂ ਪ੍ਰੋਸੀਡਿੰਗਸ ਖਾਰਿਜ ਹੋ ਰਹੀਆਂ ਕਿਉਂਕਿ ਪਹਿਲਾ ਆਰਡਰ ਗਲਤ ਹੈ ਜੀ। ਉਹਦੇ ਉੱਤੇ ਸੋ ਇੱਕ ਟੈਕਨੀਕਲ ਗਰਾਊਂਡ ਤੇ ਕੁਐਸ਼ ਕੀਤਾ, ਲੇਕਿਨ ਐਂਡ ਦੇ ਵਿੱਚ ਇੱਕ ਲਿਬਰਟੀ ਦਿੱਤੀ ਕਿ ਜੇ ਪਟੀਸ਼ਨਰ ਜਾਂ ਐਗਰੀਵ ਪਾਰਟੀਆਂ ਮਤਲਬ ਜਿਹੜੀਆਂ ਹੁੰਦੀਆਂ, ਜਿਵੇਂ ਪਟੀਸ਼ਨਰ ਚਾਹੁੰਦੇ ਆ ਤੇ ਦੁਬਾਰਾ ਕੰਪਲੇਂਟ ਦੇ ਕੇ ਕਾਨੂੰਨੀ ਤੌਰ ਤੇ ਕਾਰਵਾਈ ਸ਼ੁਰੂ ਕਰ ਸਕਦੇ ਆ। ਮਤਲਬ ਰੋਕ ਨਹੀਂ ਲੱਗੀ। ਇੱਕ ਵਾਰੀ ਖਤਮ ਕਰਕੇ ਦੁਬਾਰਾ ਕਰਤਾ। ਇਹ ਜਜਮੈਂਟ ਆਈ ਨਵੰਬਰ 2011 ਚ ਜੀ। ਸੋ 3 ਮਹੀਨੇ ਬਾਅਦ ਸਰਕਾਰ ਰਿਪੀਟ ਹੋ ਗਈ ਔਰ ਸੁਮੇਧ ਸੈਣੀ DG ਬਣ ਗਿਆ। ਸੋ ਆਬਵੀਅਸਲੀ ਗੱਲ ਹੈ, ਕੌਣ ਕਿਹੜਾ SHO ਹੁਣ DGP ਦੇ ਖਿਲਾਫ ਕੰਪਲੇਂਟ ਐਂਟਰਟੇਨ ਕਰੂਗਾ? ਸ਼ਾਇਦ ਪੰਜਾਬ ਵਿੱਚ ਸੋਚ ਵੀ ਨਹੀਂ ਸਕਦਾ। ਸੋ ਉਹੀ ਗੱਲ ਹੋਈ, ਇਸ ਕਰਕੇ ਸੁਮੇਧ ਸੈਣੀ DG ਬਣ ਗਿਆ, ਕੰਪਲੇਂਟ ਦੇ ਨਹੀਂ ਸਕੇ। ਫਿਰ ਇਹਨਾਂ ਦੀ ਜਿਹੜੇ ਬਿਕੋਜ਼ ਲੇਟ ਸ਼੍ਰੀ DS ਮੁਲਤਾਨੀ ਉਸ ਵੇਲੇ ਪੈਰਵੀ ਕਰ ਰਹੇ ਸੀ ਜੀ, ਉਹਨਾਂ ਦੀ ਵੀ ਡੈਥ ਹੋ ਗਈ। ਫੈਮਿਲੀ ਦੇ ਉੱਤੇ ਵੀ ਮਤਲਬ ਜੋ ਵੀ ਤੁਸੀਂ ਕਹੋ ਇੱਕ ਦਹਿਸ਼ਤ ਦਾ ਮਾਹੌਲ ਤਾਂ ਹੁੰਦਾ ਹੈ ਕਿ ਜਿਹਦੇ ਖਿਲਾਫ ਤੁਸੀਂ ਲੜ ਰਹੇ ਹੋ ਉਹਨੂੰ DG ਪੰਜਾਬ ਬਣਾਤਾ, ਸਰਕਾਰ ਉਹਦੇ ਨਾਲ ਹੈ, ਸੁਪਰੀਮ ਕੋਰਟ ਤੱਕ ਉਹਨੂੰ ਡਿਫੈਂਡ ਕੀਤਾ ਹੈ। ਸੋ ਕਿਤੇ ਨਾ ਕਿਤੇ ਇਨਸਾਫ ਲਈ ਲੜ ਰਹੇ ਇਨਸਾਨ ਦਾ ਮੋਰਲ ਟੁੱਟਦਾ ਹੈ। ਉਹਨਾਂ ਦਾ ਮੋਰਲ ਵੀ ਟੁੱਟਿਆ, ਉਹ ਡਰ ਕੇ ਪਿੱਛੇ ਰਹੇ। ਫਿਰ ਜਦੋਂ ਕੁਝ ਖੁਲਾਸੇ ਹੋਏ, ਹੋਰ ਚੀਜ਼ਾਂ ਬਾਹਰ ਆਈਆਂ, ਐਵੀਡੈਂਸ ਇਕੱਠੀ ਹੋਈ, ਉਹਦੇ ਉੱਤੇ ਫਿਰ ਇਸ ਫੈਮਿਲੀ ਨੇ ਕੰਪਲੇਂਟ ਦਿੱਤੀ। ਜਿਹੜੇ ਬ੍ਰਦਰ ਨੇ ਡਿਸੀਜ਼ ਦੇ, ਉਹ ਕਿਹੜਾ ਸਾਲ ਸੀ? 2020 ਜੀ। ਸੋ ਉਹਦੇ ਉੱਤੇ ਲੀਗਲ ਓਪੀਨੀਅਨ ਪਹਿਲਾਂ ਲਿਆ, ਲੀਗਲ ਓਪੀਨੀਅਨ ਲੈ ਕੇ ਫਿਰ FIR ਦਰਜ ਕੀਤੀ ਗਈ। ਇੱਕ ਇਹ ਗੱਲ ਵਿੱਚ ਕਿੰਨੀ ਸੱਚਾਈ ਹੈ ਕਿ ਇੱਕ ਨੈਸ਼ਨਲ ਮੈਗਜ਼ੀਨ ਸੀ, ਉਸ ਦੇ ਵਿੱਚ ਵੀ ਕੋਈ ਜ਼ਿਕਰ ਹੋਇਆ ਸੀ ਇਸ ਤਰ੍ਹਾਂ ਦਾ ਕੇਸ ਦਾ, ਉਹਨੂੰ ਆਧਾਰ ਬਣਾਇਆ ਗਿਆ? ਉਹ ਆਧਾਰ ਨਹੀਂ ਹੈ, ਸਿਰਫ ਉੱਥੋਂ ਫੈਮਿਲੀ ਨੂੰ ਡਿਟੇਲਸ ਮਿਲੀਆਂ ਜੀ। ਵੇਖੋ ਪੈਰਵੀ ਸਾਰਾ ਟਾਈਮ ਲੇਟ ਸ਼੍ਰੀ DS ਮੁਲਤਾਨੀ ਕਰ ਰਹੇ ਸੀ, ਉਹਨਾਂ ਦੀ ਡੈਥ ਹੋ ਗਈ, ਬ੍ਰਦਰ ਕੋਲ ਉਹ ਡਿਟੇਲਸ ਨਹੀਂ ਸੀ ਜੀ। ਜਦੋਂ ਮੈਗਜ਼ੀਨ ਦੇ ਵਿੱਚ ਸਾਰਾ ਛਪਿਆ ਤਾਂ ਉਹਨਾਂ ਨੇ ਕਿਹਾ ਕਿ ਅੱਛਾ ਆ ਸੱਚਾਈ ਹੈ, ਮੇਰੇ ਬ੍ਰਦਰ ਨੂੰ ਇੰਨਾ ਬਰੂਟਲੀ ਟੌਰਚਰ ਕੀਤਾ ਗਿਆ। ਉਸ ਤੋਂ ਬਾਅਦ ਬਿਕੋਜ਼ ਉਹ ਫੈਕਟਸ ਹੀ ਨਹੀਂ ਕਦੇ ਸਾਹਮਣੇ ਆਈ, ਜਦੋਂ ਉਸ ਚੀਜ਼ ਤੋਂ ਬਾਅਦ ਇਨਵੈਸਟੀਗੇਸ਼ਨ ਅੱਗੇ ਚੱਲੀ, ਕੰਪਲੇਂਟ ਦਿੱਤੀ, ਇਨਵੈਸਟੀਗੇਸ਼ਨ ਅੱਗੇ ਚੱਲੀ, ਸੋ ਉਸ ਵੇਲੇ ਸੁਮੇਧ ਸੈਣੀ ਨੇ ਕੁਐਸ਼ਨ ਪਟੀਸ਼ਨ ਹਾਈ ਕੋਰਟ 'ਚ ਪਾਈ। ਆਨਰੇਬਲ ਹਾਈ ਕੋਰਟ ਨੇ ਉਹਨੂੰ ਖਾਰਿਜ ਕੀਤਾ। ਫਿਰ ਆਨਰੇਬਲ ਸੁਪਰੀਮ ਕੋਰਟ ਗਿਆ, ਉੱਥੇ ਸਟੇ ਮਿਲਿਆ ਜਿਹੜਾ 4 ਸਾਲ ਚੱਲਿਆ ਜੀ। ਉਹ ਸਟੇ ਹੁਣ ਆਨਰੇਬਲ ਸੁਪਰੀਮ ਕੋਰਟ ਨੇ ਵੀ ਪਟੀਸ਼ਨ ਸੈਣੀ ਦੀ ਖਾਰਿਜ ਕਰਤੀ ਜੀ, ਔਰ ਕਿਹਾ ਕਿ ਜੇ ਤੂੰ ਚਲਾਨ ਨਾਲ ਐਗਰੀਵਡ ਹੈ, ਚਲਾਨ ਚੈਲੰਜ ਕਰ ਲੈ। ਹੁਣ ਉਹਨੂੰ ਵੀ ਚੈਲੰਜ ਕੀਤਾ ਹੋਇਆ ਆਨਰੇਬਲ ਹਾਈ ਕੋਰਟ ਜੀ। ਜਿੱਥੋਂ ਤੱਕ ਹੁਣ ਕਹਾਣੀ ਪੁੱਜੀ ਹੈ, ਜਿਹੜੀ ਕਿ ਰੀਸੈਂਟਲੀ ਗੱਲ ਦਾ ਪਤਾ ਲੱਗਦਾ ਹੈ, ਹੁਣ ਕੇਸ ਕਿੱਥੇ ਪੁੱਜਿਆ? ਹਾਲਾਂਕਿ ਸੁਪਰੀਮ ਕੋ ਜਿਹੜਾ ਕਿ ਅਦਾਲਤ ਦੇ ਵਿੱਚ ਹੈ, ਸੁਮੇਧ ਸੈਣੀ ਪੇਸ਼ ਨਹੀਂ ਹੁੰਦੇ, ਪਰ ਫਿਰ ਵੀ ਇਸ ਦੇ ਉੱਤੇ ਹੁਣ ਅਦਾਲਤ ਕਿੱਥੇ ਪੁੱਜੀ ਹੈ, ਕੀ ਫੈਸਲਾ ਹੈ? ਦੇਖੋ ਪਹਿਲੀ ਗੱਲ ਤਾਂ ਚਲਾਨ ਫਾਈਲ ਹੋ ਗਿਆ ਸੀ 2020 ਦੇ ਵਿੱਚ ਜੀ। ਉਸ ਤੋਂ ਬਾਅਦ ਸਪਲੀਮੈਂਟਰੀ ਚਲਾਨ ਫਾਈਲ ਹੋ ਗਿਆ ਜੀ, ਜਿਹਨੂੰ ਤਤੀਮਾ ਚਲਾਨ ਕਹਿੰਦੇ ਆ। ਹੁਣ ਗੱਲ ਕੀ ਆ ਜਾਂਦੀ ਹੈ ਕਿ ਸੈਣੀ ਕਿਉਂਕਿ ਸਟੇ ਸੀਗਾ, ਤਾਂ ਸੈਣੀ ਨੂੰ ਚਲਾਨ ਦੀ ਕਾਪੀ ਸਰਵ ਨਹੀਂ ਹੋ ਸਕੀ। ਐਕਿਊਜ਼ ਜਿਹੜੇ ਨੂੰ ਫ੍ਰੀ ਆਫ ਕਾਸਟ ਚਲਾਨ ਸਰਵ ਕਰਨਾ ਹੁੰਦਾ, ਉਹ ਨਹੀਂ ਮਿਲੀ ਸੀ ਕਾਪੀ। ਸੋ ਇਹਨੇ ਹੁਣ ਹਾਈ ਕੋਰਟ ਦੇ ਵਿੱਚ, ਆਨਰੇਬਲ ਹਾਈ ਕੋਰਟ ਦੇ ਵਿੱਚ ਅੰਡਰਟੇਕਿੰਗ ਦਿੱਤੀ ਕਿ ਮੈਂ ਡਿਸਪਿਊਟ ਨਹੀਂ ਕਰਾਂਗਾ ਕਿ ਮੇਰੀ ਐਬਸੈਂਸ ਦੇ ਵਿੱਚ ਜੇ ਪ੍ਰੋਸੀਡਿੰਗਸ ਚੱਲਦੀਆਂ, ਮੈਨੂੰ ਪਰਸਨਲੀ ਐਗਜ਼ੈਂਪਟ ਕਰ ਦਿਓ ਫਰੋਮ ਅਪੀਅਰੈਂਸ। ਆਨਰੇਬਲ ਕੋਰਟ ਨੇ ਕਿਹਾ ਠੀਕ ਹੈ, ਪ੍ਰੋਸੀਡਿੰਗ ਚੱਲੇ ਜੀ। ਸੋ ਇਹਦੇ ਲਾਇਰ ਨੇ ਰਿਸੀਵ ਕੀਤਾ ਚਲਾਨ ਇਹਦੇ ਬਿਹਾਫ ਤੇ ਜੀ, ਔਰ ਉਸ ਤੋਂ ਬਾਅਦ ਹੁਣ ਬਸ ਕੇਸ ਕਮਿਟ ਹੋਣਾ ਹੈ। ਸਕਰੂਟਨੀ ਵਾਸਤੇ ਹੈ ਕਿ ਕੋਈ ਚਲਾਨ ਦੇ ਵਿੱਚ ਕੋਈ ਪੇਜ ਕਲੀਅਰ ਨਹੀਂ ਹੈ, ਕੁਝ ਨਹੀਂ ਹੈ, ਤੇ ਉਹਦੀ ਕਾਪੀ ਸਪਲਾਈ ਹੋਣੀ ਹੈ ਜੀ, ਔਰ ਫਿਰ ਕੇਸ ਕਮਿਟ ਹੋਣਾ ਹੁੰਦਾ ਹੈ ਸੈਸ਼ਨਸ ਕੋਰਟ। ਸੁਮੇਧ ਸੈਣੀ ਦੇ ਉਸ 500 ਪੇਜ ਦੀ ਕਹੀ ਜਾਂਦੀ ਹੈ ਜਿਹੜਾ ਸਪਲੀਮੈਂਟਰੀ ਚਲਾਨ ਵੀ ਪੇਸ਼ ਹੁੰਦਾ ਹੈ, ਔਰ ਉਸ ਦੇ ਵਿੱਚ 47 ਦੇ ਕਰੀਬ ਕਹਿੰਦੇ ਆ ਕਿ ਗਵਾਹਾਂ ਨੇ ਗਵਾਹੀ ਦਿੱਤੀ ਹੈ। ਉਹਦੇ ਬਾਰੇ ਥੋੜੀ ਪਰਤ ਖੋਲ ਸਕਦੇ ਹੋ? ਕਾਨੂੰਨੀ ਨੁਕਤਾ ਕੀ ਹੈ ਕਿ ਕਿਹੜੇ ਕਾਰਨਾਮੇ ਕੀਤੇ ਸੀ ਜਿਸ ਆਧਾਰ ਦੇ ਉੱਤੇ ਰਾਹਤ ਮਿਲਣੀ ਨਹੀਂ ਚਾਹੀਦੀ ਸੁਮੇਧ ਸੈਣੀ? ਸਰ ਦੇਖੋ ਸਪਲੀਮੈਂਟਰੀ ਨਹੀਂ, ਮੇਨ ਚਲਾਨ 500 ਪਲੱਸ ਪੇਜ ਦਾ, ਔਰ ਟੋਟਲ ਜੇ ਤੁਸੀਂ ਲਓਗੇ ਉਹ 700-800 ਪੇਜ ਬਣ ਵੀ ਜਾਣ ਜੀ। ਮੇਨ ਚੀਜ਼ ਇਹ ਹੁੰਦੀ ਹੈ ਕਿ 30 ਸਾਲ ਪੁਰਾਣੇ ਕੇਸ ਦੇ ਵਿੱਚ ਕੁਝ ਵਿਟਨੈਸ ਮਰ ਚੁੱਕੇ ਹੈ ਜੀ, ਸੋ ਲਿੰਕ ਐਵੀਡੈਂਸ ਤਾਂ ਬਹੁਤ ਸਟਰੋਂਗ ਹੈ, ਪਲੱਸ ਕੁਝ ਵਾਦਾ ਮਾਫ ਗਵਾਹ ਬਣ ਗਏ ਇਸ ਕੇਸ ਦੇ ਵਿੱਚ। ਕੁਝ ਚੀਜ਼ਾਂ ਡਾਕੂਮੈਂਟਰੀ ਜਿਹੜੀਆਂ ਸਾਹਮਣੇ ਆ ਗਈਆਂ, ਜਿਵੇਂ ਕਿ ਕਾਦੀਆਂ ਵਾਲੇ ਕੇਸ ਦੀਆਂ ਚੀਜ਼ਾਂ, ਉਹ ਫਾਈਲ ਹੀ ਸੈਣੀ ਕੋਲ, ਸੈਣੀ ਨੇ ਆਪਦੇ ਪੋਜੈਸ਼ਨ 'ਚ ਰੱਖ ਲਈ ਸੀ, ਉਹ ਚੀਜ਼ਾਂ ਚਲਾਨ ਦੇ ਵਿੱਚ ਲਿਖੀਆਂ ਹੋਈਆਂ ਜੀ। ਸੋ ਉਹੋ ਜਿਹੀਆਂ ਚੀਜ਼ਾਂ ਔਰ ਡਾਕੂਮੈਂਟਰੀ ਐਵੀਡੈਂਸ ਤਾਂ ਬਹੁਤ ਸਟਰੋਂਗ ਹੈ ਕੇਸ ਦੀ, ਔਰ ਸਾਨੂੰ ਉਮੀਦ ਹੈ ਕਿ ਇਸ ਕੇਸ ਦੀ ਜੇ ਟ੍ਰਾਇਲ ਹੁੰਦੀ ਹੈ ਤਾਂ ਜਸਟਿਸ ਜ਼ਰੂਰ ਮਿਲੂਗਾ ਜੀ। ਸੋ ਹੁਣ ਸਾਡਾ ਜ਼ੋਰ ਸਾਰਾ ਉਸੇ ਤੇ ਹੀ ਹੈ ਕਿ ਟ੍ਰਾਇਲ ਵੀ ਹੋਵੇ ਔਰ ਛੇਤੀ ਹੋਵੇ, ਐਕਸਪੀਡੀਸ਼ੀਅਸ ਹੋਵੇ। ਬਹੁਤ ਅਜਿਹੇ ਕੇਸ ਹੈ, ਜਦੋਂ ਇਸ ਕੇਸ ਦੀ ਸ਼ੁਰੂਆਤ ਹੁੰਦੀ ਹੈ ਉਹ ਦੌਰ ਕਿਹੋ ਜਿਹਾ ਸੀ ਸਾਰਾ ਪੰਜਾਬ ਜਾਣਦਾ ਹੈ। ਹੁਣ ਤਾਂ ਬੱਚੇ ਵੀ ਕਿਤਾਬਾਂ ਦੇ ਜ਼ਰੀਏ, ਇੰਟਰਵਿਊਜ਼ ਦੇ ਜ਼ਰੀਏ ਜਾਣ ਚੁੱਕੇ ਆ ਕਿ ਇੱਕ ਇਤਿਹਾਸ ਕਿਹੋ ਜਿਹਾ ਰਿਹਾ। ਉਸ ਆਧਾਰ ਦੇ ਉੱਤੇ ਪੁਲਿਸ ਅਫਸਰਾਂ ਦਾ ਕੀ ਇਸ ਕੇਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਹ ਮੰਨਿਆ ਜਾ ਸਕਦਾ ਹੈ ਕਿ ਪੁਲਿਸ ਨੇ ਅੰਨ੍ਹੇਵਾਹ ਤਸ਼ੱਦਦ ਕੀਤਾ, ਖਾਸ ਕਰਕੇ ਉਸ ਵੇਲੇ ਦੇ DGP ਵਰਗੇ ਸੁਮੇਧ ਸੈਣੀ ਵਰਗੇ ਅਫਸਰਾਂ ਦਾ ਰੋਲ ਕਿਹੋ ਜਿਹਾ ਰਿਹਾ ਪੰਜਾਬ ਲਈ?
ਤੁਸੀਂ ਕਾਲੇ ਦੌਰ ਦੀ ਗੱਲ ਕਰ ਰਹੇ ਹੋ, ਥੋੜਾ ਜਿਹਾ ਮੈਨੂੰ ਟਾਈਮਲਾਈਨ ਦੱਸ ਸਕਦੇ ਹੋ ਕਦੋਂ ਤੱਕ ਦੀ ਗੱਲ ਕਰੋਗੇ? ਜੇ ਅਸੀਂ ਇਸ ਕੇਸ ਦੇ ਵੀ ਆਲੇ ਦੁਆਲੇ ਦੇ ਗੱਲਾਂ ਦੀ ਗੱਲ ਕਰੀਏ 80 ਤੋਂ 90 ਦਾ ਹੱਕ 90 ਦਾ, ਠੀਕ ਹੈ, 90 ਦਾ ਦਹਾਕਾ ਜੀ, ਬਹੁਤ ਜ਼ਿਆਦਾ ਲੈਣਾ ਹੈ, 95 96 ਜੀ। ਠੀਕ ਹੈ। 2015 ਚ ਗੋਲੀकांड ਕੀ ਸੀ? ਕੋਟ ਕਪੂਰਾ ਤੇ ਬੈਬਲ ਕਲਾਂ ਗੋਲੀकांड ਕੀ ਸੀ? ਸੈਣੀ ਡੀਜੀਸੀ ਪਾਠਕਰ ਦੀ ਪਬਲਿਕ ਤੇ ਪੁਲਿਸ ਨੂੰ ਭੇਜ ਕੇ ਗੋਲੀਆਂ ਚਲਵਾਤੀਆਂ, ਔਰ ਅਣਪਛਾਤੀ ਪੁਲਿਸ ਨੇਮ ਟੈਗ ਇੱਥੇ ਲੱਗੇ ਹੁੰਦੇ ਆ ਪੁਲਿਸ ਦੇ, ਪੁਲਿਸ ਅਣਪਛਾਤੀ ਹੈ। ਉਮਰਾ ਨੰਗਲ ਉੱਥੇ ਮੌਜੂਦ ਹੈ, ਕੌਣ ਗਿਆ ਉੱਥੇ? ਉਮਰਾ ਨੰਗਲ, ਉਹ ਉਮਰਾ ਨੰਗਲ ਜਿਹੜਾ ਫੇਕ ਐਨਕਾਊਂਟਰ ਦੇ ਵਿੱਚ ਉਹਦੇ ਤੇ ਐਲੀਗੇਸ਼ਨਸ ਲੱਗ ਰਹੇ ਹੈ। ਦੂਜਾ ਉਮਰਾ ਨੰਗਲ ਨਾਲ ਕੌਣ ਗਿਆ? ਉਹ ਐਕਿਊਜ਼ਡ ਐਸਪੀ ਜਿਹੜਾ ਸੁਮੇਧ ਸੈਣੀ ਨਾਲ ਦਿੱਲੀ ਟ੍ਰਾਇਲ ਫੇਸ ਕਰ ਰਿਹਾ। ਸੋ ਟੀਮ ਵੀ ਸੈਣੀ ਦੀ ਉਹੀ ਚੱਲਦੀ ਹੈ। ਕਿੱਥੋਂ ਭੇਜਿਆ ਜਾਂਦਾ ਹੈ ਉਮਰਾ ਨੰਗਲ? ਸੀਪੀ ਲੁਧਿਆਣਾ ਤੋਂ ਉੱਥੇ ਭੇਜਿਆ ਜਾਂਦਾ ਜੀ। ਸੋ ਤੁਸੀਂ ਦੇਖੋਗੇ 2015 ਦੇ ਵਿੱਚ ਵੀ ਚੱਲਿਆ ਕਿਹੜਾ ਕਾਲਾ ਦੌਰ। ਇਹ ਕਾਲੇ ਦੌਰ ਦੀ ਗੱਲ ਨਹੀਂ ਹੈ, ਇੱਕ ਇਨਸਾਨ ਨੂੰ, ਇਨੋਸੈਂਟ ਪਬਲਿਕ ਨੂੰ ਮਾਰਨ ਦੀ ਆਦਤ ਪੈ ਗਈ। ਇਹ ਹੱਥ ਵੀ ਇੰਨਾ ਤਾਂ ਖੁੱਲਿਆ ਕਿ ਪਹਿਲਾਂ ਵਾਲੇ ਕੇਸਾਂ 'ਚ ਨੱਥ ਨਹੀਂ ਪਈ। ਬਿਲਕੁਲ ਠੀਕ ਗੱਲ ਹੈ। ਔਰ ਉਸ ਤੋਂ ਜ਼ਿਆਦਾ ਨੁਕਸਾਨ ਅੱਜ ਹਰ ਚੈਨਲ ਦੇ ਉੱਤੇ ਆਉਂਦਾ ਹੈ ਕਿ ਜੀ ਪੁਲਿਸ ਆਹ ਕਰ ਰਹੀ ਹੈ, ਪੁਲਿਸ ਆਹ ਕਰ ਰਹੀ ਹੈ, ਪੰਜਾਬ ਪੁਲਿਸ ਦੀ ਆਹ ਹਾਲਤ ਹੈ। ਉਹ ਕਿਉਂ ਹਾਲਤ ਹੈ? ਬਿਕੋਜ਼ ਸੈਣੀ ਵਰਗੇ ਡੀਜੀ ਰਹੇ ਹੈ, ਜਿਹੜੇ ਅੱਜ ਦੇ ਅਫਸਰ ਹੈ ਉਹ ਸੈਣੀ ਨੂੰ, ਉਹਨਾਂ 'ਚੋਂ ਜਿਹੜੇ ਆਈਡੀਅਲਾਈਜ਼ ਕਰਦੇ ਆ ਉਹ ਚੀਜ਼ ਨੂੰ ਫੋਲੋ ਕਰਦੇ ਆ ਕਿ ਸੈਣੀ ਵਰਗੇ ਨੇ ਐਂ ਕੀਤਾ, ਅਸੀਂ ਵੀ ਕਰੀਏ। ਜਦੋਂ ਪੁਲਿਸ ਦੇ ਉੱਤੇ ਕੋਈ ਅਫਸਰ ਦੇ ਉੱਤੇ ਸਵਾਲ ਉੱਠਦਾ, ਚਾਹੇ ਆਈਪੀਐਸ ਅਧਿਕਾਰੀ ਖਾਸ ਕਰਕੇ, ਜਿਹੜੇ ਜੂਨੀਅਰ ਹੁੰਦੇ ਆ ਅਫਸਰ, ਉਹ ਤਾਂ ਫਿਰ ਵੀ ਮਾਰ ਥੱਲੇ ਆ ਜਾਂਦੇ ਆ, ਜਾਂ ਕਹਿ ਲਓ ਕਿ ਆਪਣੀ ਕੀਤੇ ਦੀ ਭੁਗਤ ਲੈਂਦੇ ਆ। ਪੁਲਿਸ ਦੇ ਉੱਤੇ ਜਦੋਂ ਕੋਈ ਐਕਸ਼ਨ ਲੈਣ ਦੀ ਤਿਆਰੀ ਆਉਂਦੀ, ਇੱਕ ਗੱਲ ਬੜੀ ਪ੍ਰਚਲਿਤ ਹੈ, ਪੁਲਿਸ ਵੱਲੋਂ ਹੀ ਕਹੀ ਜਾਂਦੀ ਹੈ, ਕਹਿੰਦੇ ਇਸ ਤਰ੍ਹਾਂ ਕਰੋਗੇ ਪੁਲਿਸ ਦਾ ਮੋਰਾਲ ਡਾਊਨ ਹੁੰਦਾ, ਪੁਲਿਸ ਦਾ ਮੋਰਾਲ ਡਾਊਨ ਹੁੰਦਾ, ਇਸ ਕਰਕੇ ਬਹੁਤਾ ਛੇੜਨਾ ਨਹੀਂ ਪੁਲਿਸ ਅਫਸਰਾਂ ਨੂੰ। ਇਹ ਆਮ ਗੱਲ ਹੈ, ਪ੍ਰਚਲਿਤ। ਦੇਖੋ ਬੜੀ ਸਿੱਧੀ ਜੀ ਗੱਲ ਹੈ, ਮੈਂ ਤਾਂ ਕਹਿੰਦਾ ਜੇ ਪੁਲਿਸ ਐਂ ਕਰ ਰਹੀ ਹੈ, ਜੇ ਪੁਲਿਸ ਨੇ ਕਾਨੂੰਨ ਤੋੜਿਆ, ਕਾਨੂੰਨ ਦੇ ਵਿੱਚ ਪੁਲਿਸ ਨੂੰ ਕੋਈ ਪ੍ਰੋਟੈਕਸ਼ਨ ਨਹੀਂ ਹੈ ਇਲੀਗਲ ਐਕਸ਼ਨ ਤੋਂ, ਇਲੀਗਲ ਐਕਸ਼ਨ ਕੀਤਾ ਉਹਨਾਂ ਤੇ ਸੇਮ ਤਰੀਕਾ ਕਿਉਂ ਨਾ ਵਰਤਿਆ ਜਾਵੇ? ਮੈਂ ਤਾਂ ਇੱਕ ਸਿੰਪਲ ਜੀ ਗੱਲ ਹਮੇਸ਼ਾ ਪੁੱਛਦਾ। ਦੇਖੋ ਮੈਂ ਜਿੰਨੇ ਵੀ ਕੇਸਿਸ ਇਹੋ ਜਿਹੇ ਲੜੇ ਆ, ਇਹ ਤਾਂ ਰੱਬ ਦੀ ਮਿਹਰ ਹੈ ਕਿ ਇਹ ਕੇਸ ਮੇਰੇ ਕੋਲ ਆਇਆ ਹੈ ਔਰ ਮੈਂ ਇੱਕ ਸਮਝੋ ਸੇਵਾ ਦਾ ਮੌਕਾ ਹੈ ਮੇਰੇ ਲਈ ਇਹ, ਜਾਂ ਇਹੋ ਜਿਹੇ ਕੇਸ ਇਹ ਰੱਬ ਦੀ ਬਖਸ਼ ਹੁੰਦੀ ਹੈ, ਕਿਸੇ ਦੇ ਲੇਖੇ ਲੱਗਦੀ ਹੈ ਕਿ ਅਸੀਂ ਲੜ ਸਕੀਏ। ਅਦਰਵਾਈਜ਼ ਇਹ ਤਾਂ ਟੱਬਰ ਦੀ ਹਿੰਮਤ ਹੈ ਜੀ। ਜੇ ਹਿੰਮਤ ਦੀ ਅਸੀਂ ਦਾਤ ਦੇਣੀ ਹੈ, ਸਿਰਫ ਉਹ ਟੱਬਰ ਨੂੰ ਕ੍ਰੈਡਿਟ ਜਾਂਦਾ ਹੈ ਜੀ। ਸਾਡੇ ਵਰਗਿਆਂ ਨੇ ਜੇ ਲੜਨਾ ਵੀ ਚਾਹੀਏ, ਪਬਲਿਕ ਨੂੰ ਇਨਸਾਫ ਦਿਵਾਉਣਾ ਵੀ ਚਾਹੀਏ, ਜਦੋਂ ਤੱਕ ਕੋਈ ਖੜਾ ਹੀ ਨਹੀਂ ਹੋ ਰਿਹਾ ਕੀ ਇਨਸਾਫ ਦਿਵਾ ਸਕਦੇ? ਤੁਸੀਂ ਸ਼ਾਇਦ ਇਹ ਭਾਵਨਾ ਤਾਂ ਵੀ ਸਮਝ ਸਕਦੇ ਹੋ ਕਿਉਂਕਿ ਖੁਦ ਆਈਪੀਐਸ ਅਧਿਕਾਰੀ ਕੀ ਹੁੰਦਾ ਉਹ ਤੁਸੀਂ ਦੇਖਿਆ ਸਰ। ਉਹ ਇੱਕ ਦੇਖੋ ਇੱਕ ਗੱਲ ਹੈ, ਆਈਪੀਐਸ ਮੋਢੇ ਤੇ ਲਿਖਾਉਣਾ, ਤੁਸੀਂ ਇੱਕ ਪੇਪਰ ਦੇ ਕੇ ਕਲੀਅਰ ਕਰਕੇ ਸਿਰਫ ਨਹੀਂ ਜਾਂਦੇ। ਇੱਕ ਸਾਲ ਦੀ ਜਿਹੜੀ ਟ੍ਰੇਨਿੰਗ ਹੁੰਦੀ ਹੈ, ਉਹ ਟ੍ਰੇਨਿੰਗ ਉਹਦੇ 'ਚ ਕਹਿੰਦੇ OLQ, ਆਫਿਸਰ ਲਾਈਕ ਕੁਆਲਿਟੀਜ਼। ਦੇਖੋ ਆਫਿਸਰ ਲਾਈਕ ਕੁਆਲਿਟੀ ਦਾ ਮਤਲਬ ਇਹ ਨਹੀਂ ਹੈ ਕਿ ਨਿਹੱਥੇ ਤੇ ਗੋਲੀ ਚਲਾ ਦਿਓ ਜੀ। ਤੁਹਾਡਾ ਫਰਜ਼ ਹੈ ਦੂਜੇ ਤੇ, ਇੱਕ ਇਨੋਸੈਂਟ ਤੇ ਚੱਲਣ ਵਾਲੀ ਗੋਲੀ ਆਪਦੇ ਸੀਨੇ ਤੇ ਲੈਣਾ, ਨਾ ਕਿ ਇਨੋਸੈਂਟ ਨੂੰ ਮਾਰੋ। ਇੱਥੇ ਪਾਠਕਰ ਦੀ ਪਬਲਿਕ ਤੇ ਗੋਲੀਆਂ ਚਲਵਾਤੀਆਂ, ਕਨਸੀਕੁਐਂਸ ਦੇਖੋ ਇਹ ਤੁਸੀਂ ਇਹ ਕਹਿ ਰਹੇ ਹੋ ਕਿ ਇਹਨਾਂ ਤੇ ਸ਼ਿਕੰਜਾ ਕੱਸਿਆ ਜਾਣਾ ਚਾਹੀਦਾ ਸੀ, ਔਰ ਉਹ ਸਾਰਾ ਤੁਸੀਂ ਦੇਖੋ ਰੱਬ ਦੀ ਲਾਠੀ 'ਚ ਆਵਾਜ਼ ਨਹੀਂ ਹੁੰਦੀ। ਉਹ ਕਹਿੰਦਾ ਨਾ ਆਦ ਅੰਤ ਪ੍ਰਭ, ਗੁਰਬਾਣੀ 'ਚ ਆਉਂਦਾ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ। ਰੱਬ ਨੇ ਕੀ ਫਿਰ ਕਰਿਸ਼ਮੇ ਦਿਖਾਤੇ? ਤੁਸੀਂ ਦੇਖੋ ਜਿਹੜੇ ਕੇਸ ਦੇ ਵਿੱਚ ਮੈਂ ਜਿਹੜੇ ਗੋਲੀकांड ਦੇ ਕੇਸਿਸ ਨੂੰ ਰੈਫਰ ਕਰ ਰਿਹਾ, ਜਿਹੜੀ ਸਰਕਾਰ ਨੇ ਡੀਜੀ ਲਾਇਆ, ਜਿਹੜੀ ਸਰਕਾਰ ਨੇ ਕਿ ਅਪਰਾਈਟ ਆਫਿਸਰ ਹੈ, ਉਸੇ ਸਰਕਾਰ ਨੇ ਡੀਜੀ ਤੋਂ ਹਟਾਇਆ ਇਹਨੂੰ। ਔਰ ਸਾਰਿਆਂ ਦਾ ਹਾਲ ਕੀ ਹੈ, ਔਰ ਕੀ ਹਾਲ ਹੈ ਪਬਲਿਕ ਜਾਣਦੀ ਹੈ। ਠੀਕ ਹੈ ਨਾ? ਤੁਸੀਂ ਅੱਜ ਸੈਣੀ 100 ਵਾਰੀ ਕਹਿ ਲਵੇ ਮੀਡੀਆ 'ਚ ਕਿ ਜੀ ਮੈਂ ਤਾਂ ਕੁਝ ਨਹੀਂ ਕੀਤਾ, ਮੈਂ ਆ ਨਹੀਂ ਕੀਤਾ, ਸਰਕਾਰ ਨੇ ਹਟਾਇਆ ਕਿਉਂ? ਕੋਈ ਐਕਸਪਲੇਨੇਸ਼ਨ ਆਈ ਕਿਤੋਂ? ਔਰ ਅੱਜ ਉਹ ਸਰਕਾਰ ਦਾ ਕਿੰਨਾ ਸਾਰਿਆਂ ਨੂੰ ਸ਼ਰਮਸਾਰ ਹੋਣਾ ਪੈ ਰਿਹਾ, ਤੁਸੀਂ ਉਹ ਦੇਖੋ। ਮੈਂ ਕਿਸੇ ਪਾਰਟੀ ਦੇ ਖਿਲਾਫ ਨਹੀਂ ਆ ਜੀ, ਲੇਕਿਨ ਇੱਕ ਇਹੋ ਜਿਹੀ ਚੀਜ਼ ਦਾ ਰੱਬ ਬਣਨ ਦਾ ਕਨਸੀਕੁਐਂਸ, ਰੱਬ ਤਾਂ ਰੱਬ ਹੀ ਹੈ। ਫਿਰ ਰੱਬ ਨੇ ਦੱਸਤਾ ਨਾ ਕਿ ਬੇਅਦਬੀ ਕਰਾਉਂਗੇ ਤੇ ਕੀ ਸਬਕ ਹੋਣਾ ਹੈ ਉਹਦਾ, ਉਹ ਵੀ ਦੇਖੋ। ਸੋ ਇਸ ਕਰਕੇ ਕੁਝ ਵੀ ਅਸੀਂ ਕਹੀਏ, ਆਈਪੀਐਸ ਅਧਿਕਾਰੀ ਕਹਿ ਲੈਣ ਮੋਰਾਲ ਡਾਊਨ ਹੁੰਦਾ ਹੈ, ਉਹ ਸੈਣੀ ਵਰਗਿਆਂ ਤੋਂ ਆਪਦਾ ਮੋਰਾਲ ਉੱਚਾ ਕਰਾਉਣਾ ਚਾਹੁੰਦੇ ਆ, ਦੇ ਆਰ ਮੋਸਟ ਵੈਲਕਮ। ਰੱਬ ਦੀ ਲਾਠੀ ਜਿੱਦਣ ਉਹਨਾਂ ਤੇ ਪਈ, ਉਹਨਾਂ ਨੂੰ ਵੀ ਇਹੀ ਸਬਕ ਮਿਲਣਾ ਜੀ। ਦੇਖੋ ਰੱਬ ਨੇ ਆਈਪੀਐਸ ਤੇ ਨਾਨ ਆਈਪੀਐਸ ਦਾ ਫਰਕ ਨਹੀਂ ਕਰਨਾ। ਇਹ ਤਾਂ ਇਨਸਾਨ ਦੇ ਆਪਦੇ ਪ੍ਰਿੰਸੀਪਲਸ ਹੁੰਦੇ ਆ ਕਿ ਉਹ ਮਤਲਬ ਸਹੀ ਰਾਹ ਤੇ ਰਹਿਣਾ ਚਾਹੁੰਦਾ ਹੈ, ਗਲਤ ਰਾਹ ਤੇ ਰਹਿਣਾ ਚਾਹੁੰਦਾ ਹੈ। ਮੇਰੇ ਖਿਆਲ ਨਾਲ ਕੋਈ ਵੀ ਆਈਪੀਐਸ ਅਧਿਕਾਰੀ ਨਹੀਂ ਹੋਊਗਾ ਜਿਹੜਾ ਕਹਿੰਦਾ ਹੋਊਗਾ ਮੈਨੂੰ ਰੱਬ ਦੇ ਵਿੱਚ ਵਿਸ਼ਵਾਸ ਨਹੀਂ ਹੈ, ਧਰਮ ਜਿਹੜਾ ਮਰਜ਼ੀ ਫੋਲੋ ਕਰਨ ਜੀ। ਸੋ ਜੇ ਰੱਬ ਦੇ ਵਿੱਚ ਵਿਸ਼ਵਾਸ ਰੱਖ ਰਹੇ ਹੋ ਤੇ ਇਹ ਗੱਲ ਸਭ ਤੋਂ ਪਹਿਲਾਂ ਸਾਨੂੰ ਚੇਤੇ ਰੱਖਣੀ ਚਾਹੀਦੀ ਹੈ ਕਿ ਸਾਡੀ ਸੱਚਾਈ ਰੱਬ ਨੂੰ ਪਤਾ ਹੈ, ਅਸੀਂ ਮੰਨੀਏ ਜਾਂ ਨਾ ਮੰਨੀਏ। ਮੈਂ ਕੁਝ ਗਲਤ ਕਰ ਰਿਹਾ, ਮੈਂ ਤੁਹਾਡੇ ਕੋਲ ਚੈਨਲ ਤੇ ਝੂਠ ਬੋਲਣਾ, ਪਬਲਿਕ ਨੂੰ ਮਿਸਲੀਡ ਕਰ ਲਾਂ, ਮੇਰੀ ਸੱਚਾਈ ਤਾਂ ਰੱਬ ਜਾਣਦੇ ਆ ਨਾ। ਝੂਠ ਬਹੁਤੀ ਦੇਰ ਚੱਲਦਾ ਵੀ ਨਹੀਂ। ਬਿਲਕੁਲ। ਸੋ ਉਸ ਕਰਕੇ
ਇਹ ਆਈਪੀਐਸ ਅਫਸਰ ਜੇ ਸੋਚਣ ਕਿ ਅਸੀਂ ਗਲਤ ਕਰ ਲਿਆ, ਰੱਬ ਨੂੰ ਨਹੀਂ ਪਤਾ, ਫਿਰ ਰੱਬ ਤੇ ਤੁਸੀਂ ਮੱਥਾ ਟੇਕਦੇ ਕਿਉਂ ਹੋ? ਰੱਬ ਨੂੰ ਤੁਹਾਡੀ ਸੱਚਾਈ ਪਤਾ ਹੈ। ਬਹੁਤ ਕਰਤੂਤਾਂ ਨੇ ਜਿਹੜੀਆਂ ਉਜਾਗਰ ਸਮੇਂ-ਸਮੇਂ ਤੇ ਹੁੰਦੀਆਂ ਰਹੀਆਂ ਤੇ ਆਉਣ ਵਾਲੇ ਸਮੇਂ 'ਚ ਵੀ ਹੁੰਦੀਆਂ ਰਹਿਣੀਆਂ। ਬਹੁਤ ਸਾਰੇ ਜਿਹੜੇ ਗਰੀਬ ਪਰਿਵਾਰ ਹੁੰਦੇ ਆ, ਬਹੁਤੀ ਵਾਰ ਤਾਂ ਅਦਾਲਤ ਦੇ ਦਰਵਾਜ਼ੇ ਤੱਕ ਵੀ ਪੁੱਜਣ ਯੋਗ ਨਹੀਂ ਹੁੰਦੇ, ਘਰਾਂ ਵਿੱਚ ਹੀ ਰਹਿ ਜਾਂਦੇ ਆ, ਬੇਉਮੀਦੇ ਹੋ ਜਾਂਦੇ ਆ। ਪਰ ਜਿਹੜੇ ਥੋੜੀ ਬਹੁਤੀ ਹਿੰਮਤ ਕਰਦੇ ਆ ਕਿ ਉਹਨਾਂ ਦਾ ਵਿਸ਼ਵਾਸ ਕਾਇਮ ਰਹਿੰਦਾ। ਤੁਹਾਡਾ ਤਾਂ ਬਹੁਤ ਪਰਿਵਾਰਾਂ ਨਾਲ ਵਾਹ ਪਿਆ ਉਹਨਾਂ ਵੇਲਿਆਂ ਦਾ ਜਿਹੜੇ ਸ਼ਿਕਾਰ ਹੋਏ ਆ ਸਰਕਾਰੀ ਤਸ਼ੱਦਦ ਦਾ, ਖਾਸ ਕਰਕੇ ਮੁਲਤਾਨੀ ਕਤਲकांड ਦੇ ਵਿੱਚ ਜਿਹੜਾ ਬਾਕੀ ਪਰਿਵਾਰ ਸੀ ਜਾਂ ਰਿਸ਼ਤੇਦਾਰ ਸੀ, ਜਦੋਂ ਕੇਸ ਦੀ ਗੱਲ ਕਰਦੇ ਸੀ ਆ ਕੇ, ਉਹਨਾਂ ਦੇ ਚਿਹਰੇ ਦੇ ਹਾਵ ਭਾਵ ਕਿਸ ਤਰ੍ਹਾਂ ਦੇ ਹੁੰਦੇ ਸੀ, ਕੀ ਦੱਸਦੇ ਸੀ? ਤਾਂ ਦੇਖੋ, ਜਿਹੜੇ ਇਨਸਾਨ ਦੇ ਕਿਸੇ ਜੀ ਨੂੰ ਮਾਰਤਾ, ਔਰ ਜਦੋਂ ਇਨਸਾਨ ਇਹ ਪੜ ਰਿਹਾ ਕਿੰਨਾ ਟੌਰਚਰ ਕਰਕੇ ਮਾਰਿਆ, ਹਾਵ ਭਾਵ ਤਾਂ ਦੱਸਣ ਲਾਇਕ ਨਹੀਂ ਹੁੰਦਾ। ਉਹ ਤਾਂ ਇੱਕ ਦਰਦ ਹੈ ਜਿਹੜਾ ਸਾਡੇ ਸਾਰਿਆਂ ਨੇ ਹੀ, ਮੇਰੇ ਖਿਆਲ ਤੁਹਾਡੇ ਦਰਸ਼ਕਾਂ ਨੇ ਵੀ ਫੀਲ ਕੀਤਾ ਹੈ। ਸੋ ਟੱਬਰ ਦਾ ਕੀ ਹਾਲ ਹੋਣਾ ਹੈ ਉਹ ਤਾਂ ਵੀ ਕੈਨ ਵੈਲ ਇਮੈਜਿਨ। ਜਿਵੇਂ ਇੱਕ ਤੁਸੀਂ ਕਿਹਾ ਕਿ 7 ਫੇਸ ਦੀ ਇੱਕ ਕੋਠੀ ਤੋਂ ਚੱਕਣਾ, ਫਿਰ ਕਾਦੀਆਂ ਜਾ ਕੇ ਦਿਖਾਉਣਾ, ਸ਼ੋਅ ਕਰਨਾ, ਉਹਦਾ ਤਾਂ ਡਿਸਟੈਂਸ ਵੀ ਬਹੁਤ ਜ਼ਿਆਦਾ ਹੈ। ਇਸ ਦਾ ਮਤਲਬ ਇਹ ਸਮਝ ਲਿਆ ਜਾਵੇ ਕਿ ਪੁਲਿਸ ਨੇ ਝੂਠੀਆਂ ਮਨਘੜਤ ਕਹਾਣੀਆਂ ਘੜੀਆਂ ਤਸ਼ੱਦਦ ਕਰਨ। ਬਿਲਕੁਲ ਕੀਤਾ। ਦੇਖੋ, ਚੁੱਕਿਆ ਹੈ 11 ਦਸੰਬਰ ਨੂੰ ਜੀ, ਕਾਦੀਆਂ ਵਾਲਾ ਇਨਸੀਡੈਂਟ ਹਫਤੇ ਬਾਅਦ ਦਾ 18 ਤਰੀਕ ਦਾ ਜੀ। ਸੋ ਉਹ ਇੰਨੇ ਦਿਨ ਤਾਂ ਇੱਥੇ ਹੀ ਰੱਖਿਆ ਨਾ ਚੰਡੀਗੜ੍ਹ, ਹੁਣ 18 ਤੱਕ ਜਿਉਂਦੇ ਸੀ ਵੀ ਕਿ ਨਹੀਂ ਇਹ ਵੀ ਨਹੀਂ ਪਤਾ। ਸੋ ਜੇ ਅਸੀਂ ਉਹਨਾਂ ਚੀਜ਼ਾਂ ਨੂੰ ਦੇਖੀਏ, 11 12 13 ਜੀ, 13 ਨੂੰ ਇਹਨਾਂ ਨੇ ਅਰੈਸਟਡ ਸ਼ੋ ਕੀਤਾ ਹੈ ਕੇਸ ਦੇ ਵਿੱਚ ਜੀ, ਤੇ ਉਦੋਂ ਤੱਕ ਤਾਂ ਕੀ ਟੌਰਚਰ ਕਰਤਾ ਸੀ ਰੱਬ ਜਾਣੇ। ਦੇਖੋ ਓਨੈਸਟਲੀ ਇੱਕ ਗੱਲ ਤਾਂ ਫੈਕਟ ਹੈ ਨਾ, ਕਿਸੇ ਨੂੰ ਤੁਸੀਂ 30 ਸਾਲ ਪੁਰਾਣੀ ਇੰਟਰੋਗੇਸ਼ਨ 'ਚ ਪੁੱਛੋਗੇ, ਉਹ ਐਗਜ਼ੈਕਟ ਡੇਟ ਤਾਂ ਨਹੀਂ ਦੱਸ ਸਕਦਾ ਕਿ ਆ 14 ਦਸੰਬਰ ਨੂੰ ਹੋਇਆ ਜਾਂ 15 ਦਸੰਬਰ ਨੂੰ ਡੈਥ ਹੋਈ ਜਾਂ 16 ਨੂੰ ਹੋਈ ਜੀ। ਉਹ ਤਾਂ ਜੋ ਡਾਕੂਮੈਂਟਰੀ ਐਵੀਡੈਂਸ ਤੋਂ ਚੀਜ਼ਾਂ ਆਉਣਗੀਆਂ ਉਹ ਸਾਹਮਣੇ ਆਉਂਦੀਆਂ। ਇਸ ਕੇਸ ਦੇ ਨਾਲ ਇੱਕ ਨਾਮ ਜੁੜਿਆ ਸੀ ਜਿਸ ਕਰਕੇ ਮੁਲਤਾਨੀ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਪ੍ਰੋਫੈਸਰ ਦਵਿੰਦਰਪਾਲ ਭੁੱਲਰ। ਉਸ ਕੇਸ ਦਾ ਹੁਣ ਇਸ ਦੇ ਨਾਲ ਕੋਈ ਲੇਖਾ ਜੋਖਾ ਹੈ, ਲੈਣਾ ਦੇਣਾ ਹੈ, ਜਾਂ ਅਲੱਗ ਚੱਲ ਰਿਹਾ ਸੀ? ਸਰ, ਉਹਦੀ ਇਨਵੈਸਟੀਗੇਸ਼ਨ ਹੋ ਰਹੀ ਹੈ ਕਿ ਨਹੀਂ ਮੈਨੂੰ ਕੋਈ ਨੌਲੇਜ ਨਹੀਂ ਜੀ। ਇਹਦੇ ਵਿੱਚ ਜਿੰਨੀਆਂ ਚੀਜ਼ਾਂ ਆ ਰਹੀਆਂ ਉਹ ਪ੍ਰਾਇਮਰੀਲੀ ਇਸੇ ਕੇਸ ਤੋਂ ਆ ਰਹੀਆਂ। ਮੈਂ ਮੁਲਤਾਨੀ ਫੈਮਿਲੀ ਦਾ ਵਕੀਲ ਹਾਂ, ਮੈਂ ਉਹਨਾਂ ਵੱਲੋਂ ਹੀ, ਕਿਉਂਕਿ ਕੰਪਲੇਨੈਂਟ ਉਹ ਨੇ ਜੀ। ਹੁਣ ਉਹਦੇ ਵਿੱਚ ਜੇ ਭੁੱਲਰ ਫੈਮਿਲੀ ਦੀ ਕੰਪਲੇਂਟ ਆਉਂਦੀ ਹੈ, ਉਹਨਾਂ ਦਾ ਕੇਸ ਅੱਡ ਚੱਲਦਾ ਹੈ, ਉਹ ਚੀਜ਼ਾਂ ਹੋਰ ਨੇ। ਇਹਦੇ ਵਿੱਚ ਕਿੰਨਾ ਦਾ ਹੋ ਜਾਂਦਾ ਹੈ ਉਹ ਤਾਂ ਹੁਣ ਅੱਗੇ ਟ੍ਰਾਇਲ ਦੇ ਵਿੱਚ ਚੀਜ਼ਾਂ ਆਉਣਗੀਆਂ। ਮਤਲਬ ਟ੍ਰਾਇਲ ਜਦੋਂ ਸ਼ੁਰੂ ਹੋਣਾ ਹੈ ਜਾਂ ਹੋ ਚੁੱਕਾ, ਤੇ ਇਹਦੇ ਨਾਲ ਹੁਣ ਸੁਮੇਧ ਸੈਣੀ ਦਾ ਮੰਨ ਲਿਆ ਜਾਵੇ ਕਿ ਘੱਟੋ ਘੱਟ ਬਾਕੀ ਕੇਸਾਂ ਦਾ ਤਾਂ ਕੁਝ ਕਿਹਾ ਨਹੀਂ ਜਾ ਸਕਦਾ, ਪਰ ਇਸ ਕੇਸ ਦੇ ਵਿੱਚ ਕਿਸੇ ਪਾਸਿਓਂ ਰਸਤਾ ਖੁੱਲ੍ਹਾ ਨਹੀਂ ਹੈ ਰਾਤ ਪਾਉਣ ਦਾ ਸੁਮੇਧ ਸੈਣੀ। ਸਰ, ਸੁਮੇਧ ਸੈਣੀ ਲਈ ਕਿਸੇ ਵੀ ਪਾਸਿਓਂ ਕਿਸੇ ਵੀ ਕੇਸ 'ਚ ਰਸਤਾ ਖੁੱਲ੍ਹਾ ਨਹੀਂ ਹੈ। ਸੁਮੇਧ ਸੈਣੀ ਜੋ ਮਰਜ਼ੀ ਆਪਦੇ ਆਪ ਨੂੰ ਸਮਝਦਾ ਹੋਵੇ। ਜੇ ਅਸੀਂ ਆਹ ਦੇਖੀਏ ਕਿ ਉਹਦੇ ਖਿਲਾਫ ਕੁਝ ਨਹੀਂ ਸੀ, ਉਹਦੇ ਕੋਲ ਦਿੱਲੀ ਉਹਦੇ ਖਿਲਾਫ ਕੇਸ ਚੱਲ ਰਿਹਾ CBI ਦਾ, ਮੁਲਤਾਨੀ ਕੇਸ ਆ ਗਿਆ, ਉਹਨੇ ਆਪ ਆਪਦੀ ਪਟੀਸ਼ਨ 'ਚ ਲਿਖਿਆ ਹੈ ਜਿਹੜੇ ਕੇਸਿਸ ਮੈਂ ਉਹ ਗਿਣਾ ਰਿਹਾ ਜੀ। FIR ਨੰਬਰ 11 ਤੇ FIR ਨੰਬਰ 13 ਵਿਜੀਲੈਂਸ ਬਿਊਰੋ ਦੀਆਂ, ਦੋ ਇਹਦੇ ਖਿਲਾਫ, ਇੱਕ ਕਰਪਸ਼ਨ ਦੀ ਹੈ, ਦੂਜੀ ਸ਼ਾਇਦ DA ਦੀ ਹੈ ਜੀ। ਉਸ ਤੋਂ ਇਲਾਵਾ FIR 130, 129 ਐਂਡ 192, ਜੇ ਮੈਨੂੰ FIR ਨੰਬਰ ਸਹੀ ਯਾਦ ਹੈ ਜੀ। ਇਹ 3 ਗੋਲੀकांड ਦੇ ਕੇਸ ਹੈ। ਤਾਂ ਮੈਨੂੰ ਦੱਸੋ 7 ਕੇਸ ਬੰਦੇ ਤੇ ਪਏ ਹੋਏ ਹੈ, ਐਂਡ ਆਮ ਸ਼ੋਰ ਇਹਦੀ ਇਨਕਮ ਟੈਕਸ ਦੀ ਵੀ ਇਨਕੁਆਇਰੀ ਖੁੱਲੀ ਹੋਣੀ ਹੈ, ਕਿਉਂਕਿ ਘਰ ਨੂੰ ਲੈ ਕੇ ਘਰ ਇਹਦਾ ਅਟੈਚ ਹੋਇਆ ਸੀ ਜੀ। ਜੇ DA ਦਾ ਕੇਸ ਹੈ ਉਹ ED ਕੋਲ ਵੀ ਗਿਆ ਹੋਣਾ ਕਾਨੂੰਨੀ ਤੌਰ ਤੇ ਜੀ, ਬਿਕੋਜ਼ ਸ਼ੈਡਿਊਲਡ ਅਫੈਂਸ ਹੈ, ਸੋ ED ਕੋਲ ਇਨਵੈਸਟੀਗੇਸ਼ਨ ਜਾਊਗੀ। ਸੋ ਜੇ ਅਸੀਂ ਆਹ ਸਾਰਾ ਕੁਝ ਦੇਖੀਏ ਤੇ ਮੈਨੂੰ ਅਜੇ ਦੱਸੋ 7 FIRs ਤਾਂ ਮੈਂ ਗਿਣਾਤੀ, ED ਦੇ ਅਜੇ ਮੈਂ ਕੇਸ ਨਹੀਂ ਗਿਣਾਏ ਜੀ, ਠੀਕ ਹੈ, ਇਨਕਮ ਟੈਕਸ ਦੇ ਅਸੀਂ ਨਹੀਂ ਗਿਣੇ। ਸੋ ਕਿਹੜੇ ਐਂਗਲ ਤੋਂ ਤੁਸੀਂ ਸੋਚੋ ਸੈਣੀ ਕਿਤੇ ਵੀ ਬਚ ਸਕਦਾ ਹੈ। ਜਿਹੜੇ ਅੱਜ ਵੀ ਆਪਣੇ ਬਤੌਰ ਡਿਊਟੀ ਕਰਦੇ ਆ, ਬਹੁਤੀ ਵਾਰੀ ਦੇਖਿਆ ਜਾਂਦਾ ਹੈ ਕਿ ਜੇ ਤਾਂ ਕਿਸੇ ਇਨੋਸੈਂਟ ਦੇ ਉੱਤੇ FIR ਦਰਜ ਕਰਨੀ ਹੈ, ਚਾਹੇ ਬਣਾ ਕੇ ਕਰਨੀ ਹੈ, ਝੂਠੀ ਕਰਨੀ ਹੈ, ਪਿੱਛੇ ਜੇ ਹੋਇਆ ਵੀ ਇਸ ਤਰ੍ਹਾਂ, FIR ਬਾਅਦ ਵਿੱਚ ਰਜਿਸਟਰਡ ਹੁੰਦੀ ਹੈ ਕਾਗਜ਼ਾਂ 'ਚ, ਬੰਦਾ ਪਹਿਲਾਂ ਚੁੱਕਿਆ ਜਾਂਦਾ ਹੈ। ਪੁਲਿਸ ਤੌਰ ਤਰੀਕਾ ਬਦਲ ਕਿਉਂ ਨਹੀਂ ਰਹੀ ਜਦੋਂ ਪਤਾ ਹੈ ਕਿ ਸਾਡੇ ਜਿਹੜੇ ਅਫਸਰਾਂ ਨੇ ਪੁਰਾਣਿਆਂ ਨੇ ਕੀਤਾ ਭੁਗਤ ਰਹੇ ਹੈ, ਜੇਲ੍ਹਾਂ ਦੇ ਵਿੱਚ ਨੇ, ਕੀ ਭੁਗਤਣਾ ਪੈ ਰਿਹਾ, ਉਹਨਾਂ ਦੀ ਔਲਾਦ ਕਿੱਥੇ ਇਹ ਵੀ ਨਹੀਂ ਪਤਾ। ਫਿਰ ਇਸ ਤਰ੍ਹਾਂ ਹਾਲੇ ਵੀ ਤੌਰ ਤਰੀਕਾ ਬਦਲਿਆ ਕਿਉਂ ਨਹੀਂ ਪੁਲਿਸ? ਉਹ ਤਾਂ ਨਹੀਂ ਬਦਲਿਆ ਬਿਕੋਜ਼ ਸਾਨੂੰ ਕੁਇਕ ਫਿਕਸਿਸ ਦੀ ਆਦਤ ਹੈ, ਸਾਨੂੰ ਸ਼ਾਰਟਕਟ ਦੀ ਆਦਤ ਹੈ। ਉਹ ਨਹੀਂ ਅੱਜ ਜਿਉਂ ਲਓ, ਅੱਜ ਦੀ ਅੱਜ ਦੇਖੋ, ਗਾਂ ਕਿਹਨੇ ਦੇਖਿਆ। ਦੂਜੀ ਗੱਲ, ਸਾਡੀ ਪਬਲਿਕ ਡਰ ਕੇ ਚੱਲਣ ਲੱਗ ਗਈ ਹੈ। ਸਾਡੇ ਗੁਰੂਆਂ ਨੇ ਸਾਨੂੰ ਵਾਰੀ-ਵਾਰੀ ਸਿਖਾਇਆ ਹੈ ਕਿ ਡਰ ਕੇ ਨਹੀਂ ਜਿਉਣਾ। ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕਿਹਾ ਸੀ ਤੁਸੀਂ ਦੇਖੋ ਨਾ, ਜੇ ਤੋ ਪ੍ਰੇਮ ਖੇਲਣ ਕਾ ਚਾਹੋਏ ਸਿਰ ਤਰੀ ਗਲੀ ਮੁੜੀ ਆਓ। ਇਸ ਮਾਰਗ ਸੇ ਜੇ ਉਹਨਾਂ ਨੇ ਜਾਣ ਲਈ ਕਿਹਾ ਹੈ ਸਾਨੂੰ, ਇਸ ਮਾਰਗ ਅਸੀਂ ਕਿਉਂ ਜਾਣਾ ਹੈ? ਸਿਰਫ ਤਾਂ ਜਾਣਾ ਹੈ ਜੇ ਅਸੀਂ ਸਿਰ ਦੇਣ ਨੂੰ ਤਿਆਰ ਹਾਂ। ਕਿਉਂ ਉਹਨਾਂ ਨੇ ਕਿਹਾ ਕਿ ਮੈਂ ਇਸ ਹੱਦ ਤੱਕ ਦੀ ਕੁਰਬਾਨੀ ਲਈ ਤੁਹਾਨੂੰ ਤਿਆਰ ਕਰ ਰਿਹਾ। ਇਸ ਮਾਰਗ ਪੈਰ ਧਰੀਜੇ ਸਿਰ ਦੀਜੇ ਕਾਣ ਨ ਕੀਜੇ। ਕਿਉਂ? ਕਿਉਂਕਿ ਤੁਸੀਂ ਇਨੋਸੈਂਟ ਦੀ ਰੱਖਿਆ ਲਈ ਲੜਨਾ ਹੈ ਜੀ। ਇਸ ਮਾਰਗ ਵਰਡ ਦੀ ਰੈਲੇਵੈਂਸ ਬਹੁਤ ਜ਼ਿਆਦਾ ਹੈ ਜੀ, ਕਿਉਂਕਿ ਉਹ ਮਾਰਗ ਉਹ ਦੱਸ ਗਏ, ਉਹਦੇ ਵਿੱਚ ਦੂਜੇ ਮਾਰਗ ਨਹੀਂ ਹੈ, ਇੱਕੋ ਹੀ ਮਾਰਗ ਹੈ।
ਪ੍ਰਿੰਸੀਪਲਸ ਦਾ। ਸੋ ਜੇ ਅਸੀਂ ਉਹ ਰਾਹ ਛੱਡ ਦਈਏ, ਅਸੀਂ ਉਸ ਰਾਹ ਨੂੰ ਇਗਨੋਰ ਕਰੀਏ ਤੇ ਅਸੀਂ ਕਹੀਏ ਜੀ ਅਸੀਂ ਸਿੱਖ ਹਾਂ ਜਾਂ ਅਸੀਂ ਪੰਜਾਬ ਦੇ ਲੋਕ, ਸਾਰੇ ਪੰਜਾਬ ਦੇ ਲੋਕ ਇਰਰਿਸਪੈਕਟਿਵ ਆਫ ਰਿਲੀਜਨ ਸੇਮ ਰਸਤਾ ਫੋਲੋ ਕਰਦੇ ਅਸੀਂ ਦੇਖੀਏ। ਸੋ ਜੇ ਅਸੀਂ ਕਹੀਏ ਜੀ ਸਾਨੂੰ ਉਸ ਰਾਹ ਤੇ ਅਸੀਂ ਚੱਲ ਰਹੇ ਹਾਂ ਕਿ ਅਸੀਂ ਕਿਹਨੂੰ ਬੇਵਕੂਫ ਬਣਾ ਰਹੇ ਹਾਂ। ਸੋ ਨਿਡਰ ਹੋ ਕੇ ਜਿਉਣ ਦੀ ਜਗ੍ਹਾ ਜਦੋਂ ਪੰਜਾਬ ਦੇ ਲੋਕ ਡਰ ਕੇ ਜਿਉਣ ਲੱਗ ਗਏ, ਪੁਲਿਸ ਵਾਲਿਆਂ ਨੇ ਉੱਥੋਂ ਆਪਦੀ ਤਾਕਤ ਡਰਾਈਵ ਕੀਤੀ ਹੈ ਸਾਰੀ। ਪੁਲਿਸ ਵਾਲੇ ਕਿੱਥੋਂ ਤਾਕਤ ਲੈਂਦੇ? ਲੋਕਾਂ ਦੇ ਡਰ ਤੋਂ। ਉਹਨਾਂ ਨੂੰ ਪਤਾ ਅਸੀਂ ਡਰਾਵਾਂਗੇ, ਅਸੀਂ ਹੋਰ ਪਰਚੇ ਪਾ ਦਿਆਂਗੇ। ਅਗਲਾ ਕਹਿੰਦਾ ਜੀ ਨਾ ਬਖਸ਼ੋ ਮੈਨੂੰ। ਜੇ ਉਹੀ ਬੰਦੇ ਕਹਿਣ ਕਿ ਅਸੀਂ ਖੜੇ ਹਾਂ, ਤੂੰ ਕਰ ਪਰਚਾ ਦੇਖਦੇ ਹਾਂ, ਦੇਖੋ ਕੀ ਫਰਕ ਪੈਂਦਾ। ਨਹੀਂ ਤਾਂ ਲੋਕਾਂ ਨੇ ਤਾਂ ਜ਼ੋਰ ਲਾਉਣਾ ਹੈ। ਸਰਕਾਰਾਂ ਬਦਲ ਗਈਆਂ, ਦੇਖੋ ਪੋਲੀਟੀਸ਼ੀਅਨ, ਪਬਲਿਕ ਦੀ ਰਿਜ਼ੈਂਟਮੈਂਟ ਤਾਂ ਸ਼ੋ ਹੋ ਗਈ ਜੀ। ਅਕਾਲੀਜ਼ ਵੋਟ ਆਊਟ ਹੋ ਗਏ, ਕਾਂਗਰਸ ਵੋਟ ਆਊਟ ਹੋ ਗਈ, ਆਮ ਆਦਮੀ ਪਾਰਟੀ ਹੁਣ ਕੀ ਹੁੰਦਾ ਅਗਲੇ ਇਲੈਕਸ਼ਨ 'ਚ ਉਹ ਆਪਾਂ ਦੇਖਾਂਗੇ। ਮਤਲਬ ਆਈ ਹੈਵ ਨੋ ਆਈਡੀਆ, ਬਟ ਐਟ ਦੀ ਐਂਡ ਆਫ ਦੀ ਡੇ ਗੱਲ ਕਿੱਥੇ ਮੁੱਕਦੀ ਹੈ? ਪੋਲੀਟੀਸ਼ੀਅਨ 5 ਸਾਲ ਲਈ ਡੈਮੇਜ ਕਰਦਾ ਹੈ, ਪੁਲਿਸ ਵਾਲੇ 30 ਸਾਲ ਜਾਂ 35 ਸਾਲ ਦੀ ਨੌਕਰੀ ਹੈ, ਉਹ 2 ਜਨਰੇਸ਼ਨਸ ਬਰਬਾਦ ਕਰਕੇ ਜਾਂਦੇ ਹੈ। ਇਹ ਸਭ ਤੋਂ ਡੈਮੇਜਿੰਗ ਚੀਜ਼ ਹੈ। ਜਿਹੜੀ ਗੱਲ ਤੁਸੀਂ ਮੈਨੂੰ, ਮੈਂ ਤਾਂ ਹੀ ਤੁਹਾਨੂੰ ਦਹਾਕਾ ਪੁੱਛਿਆ ਤੁਸੀਂ ਕਿਹੜੇ ਤੇ ਰੈਫਰ ਕਰ ਰਹੇ ਹੋ। ਜੇ ਉਹ ਦਹਾਕਿਆਂ 'ਚ ਕਾਲੇ ਦੌਰ 'ਚ ਗੱਲ ਮੁੱਕ ਗਈ ਹੁੰਦੀ ਤੇ 2015 'ਚ ਗੋਲੀकांड ਕਿਉਂ ਹੋਇਆ? ਤੁਸੀਂ ਇੱਕ ਵਾਰੀ ਸੋਚ ਕੇ ਦੇਖਣਾ, ਜਦੋਂ ਗੋਲੀकांड ਜੇ ਪਬਲਿਕ ਅੱਜ ਇੱਕ ਰਿਜ਼ੈਂਟਮੈਂਟ ਸ਼ੋ ਕਰ ਰਹੀ ਹੈ, ਉਹ ਰਿਜ਼ੈਂਟਮੈਂਟ ਕਿਉਂ ਸ਼ੋ ਕਰ ਰਹੀ ਹੈ? ਕਿ ਅੱਜ 9 ਸਾਲਾਂ ਬਾਅਦ ਗੋਲੀकांड 'ਚ ਵੀ ਇਨਸਾਫ ਨਹੀਂ ਮਿਲ ਰਿਹਾ ਜੀ, ਦੋਸ਼ੀ ਨਹੀਂ ਪਤਾ ਲੱਗ ਰਹੇ, ਪੁਲਿਸ ਦਾ ਮੋਰਲ ਡਾਊਨ ਹੋ ਰਿਹਾ ਕਿਉਂਕਿ IPS ਅਫਸਰਾਂ ਨੇ ਗੋਲੀ ਚਲਾਤੀ ਇਨੋਸੈਂਟ ਪਬਲਿਕ ਤੇ। ਉਹ ਕਹਿ ਰਹੇ ਨਹੀਂ ਅਸੀਂ ਇਨੋਸੈਂਟ ਪਬਲਿਕ ਨੂੰ ਮਾਰਾਂਗੇ। ਤੇ ਫਿਰ ਸਾਨੂੰ ਇਹੋ ਜਿਹੀ ਪੁਲਿਸ ਚਾਹੀਦੀ ਹੈ ਕਿ ਨਹੀਂ ਚਾਹੀਦੀ? ਜਿਸ ਤਰ੍ਹਾਂ ਦੇ ਤੌਰ ਤਰੀਕੇ ਨੇ ਫਿਰ ਤੇ ਜਦੋਂ ਜਿਸ ਦੌਰਾਨ ਅਸੀਂ ਗੱਲ ਕਰ ਰਹੇ ਹਾਂ ਇਸ ਦੌਰਾਨ ਪਤਾ ਨਹੀਂ ਕਿੰਨੇ ਨਾਲ ਬੇਇਨਸਾਫੀਆਂ ਹੋ ਰਹੀਆਂ ਹੁਣ ਪੁਲਿਸ। ਤਾਂ ਹੀ ਮੈਂ ਕਹਿ ਰਿਹਾ ਲੋਕੀ ਡਰ ਕੇ ਪਿੱਛੇ ਹਟ ਰਹੇ ਆ ਤਾਂ ਇਹ ਹੋ ਰਿਹਾ। ਜੇ ਲੋਕੀ ਨਿਡਰ ਹੋ ਕੇ ਅੱਗੇ ਆਉਣਗੇ ਤੇ ਸਰ ਮੁੱਦਿਆਂ ਤੇ ਤਾਂ ਸਰਕਾਰਾਂ ਬਦਲੀਆਂ, ਗੋਲੀकांड ਤੇ ਸਰਕਾਰਾਂ ਬਦਲੀਆਂ, ਬਾਕੀ ਥਾਵਾਂ ਤੇ ਕਿਉਂ ਕਾਰਵਾਈ ਨਹੀਂ? ਇੱਥੇ ਤੇ ਇੱਕ ਕੇਸ ਆ ਗਿਆ ਸੀ, ਮੈਂ ਅਖੀਰ 'ਚ ਗੱਲ ਕਰਨੀ ਹੈ, ਕਪੂਰਥਲਾ ਤੋਂ ਪੁਲਿਸ ਵਾਲੇ ਦੀ ਗੱਡੀ ਨੂੰ ਰਾਹ ਨਹੀਂ ਮਿਲਿਆ, ਉਸ ਕਿਸਾਨ ਦੇ ਉੱਤੇ NDPS ਦਾ ਪਰਚਾ ਪਾ ਦਿੱਤਾ ਪੁਲਿਸ। ਇਸੇ ਕਰਕੇ ਪੈ ਗਿਆ ਨਾ, ਬਿਕੋਜ਼ ਪੁਲਿਸ ਵਾਲਿਆਂ ਨੂੰ ਪਤਾ ਹੈ ਕਿ ਸਾਡਾ ਕੁਝ ਨਹੀਂ ਵਿਗੜਨਾ, ਵਨ ਵੇ ਔਰ ਦੀ ਅਦਰ ਅਸੀਂ ਬਚ ਜਾਵਾਂਗੇ, ਸਾਡੇ ਸੀਨੀਅਰਸ ਵੀ ਬਚਾ ਲੈਣਗੇ। ਤਾਂ ਹੀ ਇਹਨੇ ਦਿਮਾਗ ਖਰਾਬ ਹੋਇਆ। ਮੈਂ ਕਿਹਾ ਸੀ ਸ਼ੁਰੂ 'ਚ ਕਿ ਰੱਬ ਭੁੱਲੇ ਹੋਏ ਆ ਸਾਰੇ, ਉਹ ਇਸੇ ਕਰਕੇ ਭੁੱਲੇ ਆ। ਰੱਬ ਆਪਦੇ ਤਰੀਕੇ ਨਾਲ ਸਾਰਿਆਂ ਨੂੰ ਆਪਦੀ ਪ੍ਰੈਜ਼ੈਂਸ ਜਿਹੜੀ ਹੈਗੀ ਹੈ ਉਹ ਯਾਦ ਕਰਾ ਦਿੰਦੇ ਆ। ਬਿਕੋਜ਼ ਜਿਹੜੇ ਗਰੀਬ ਨਾਲ ਤੁਸੀਂ ਧੱਕਾ ਕਰਦਾ, ਉਹਦੀ ਦੁਖੀ ਮਨ ਦੀ ਜਿਹੜੀ ਆਹ ਹੁੰਦੀ ਹੈ, ਜਿਹੜੀ ਬਦਦੁਆ ਹੁੰਦੀ ਹੈ, ਕਦੇ ਖਾਲੀ ਨਹੀਂ ਜਾਂਦੀ ਜੀ। ਇਹ ਉਹ ਬਦਦੁਆਵਾਂ ਨੇ ਜਿਹੜੀਆਂ ਇਹਨਾਂ ਨੂੰ ਮਾਰਦੀਆਂ ਪੁਲਿਸ ਵਾਲਿਆਂ ਨੂੰ, ਔਰ ਉਹਦਾ ਰੱਬ ਨੇ ਹਿਸਾਬ ਕਿਤਾਬ ਇੱਥੇ ਹੀ ਕਰਨਾ ਹੈ। ਤਾਂ ਮੁਲਤਾਨੀ ਕਤਲ ਕੇਸ ਦੇ ਵਿੱਚ ਹੁਣ ਜਦੋਂ ਇੱਥੋਂ ਤੱਕ ਗੱਲ ਪੁੱਜੀ ਹੈ ਤੇ ਹੁਣ ਅਗਲੀ ਤਾਰੀਖ ਕਦੋਂ ਹੈ ਔਰ ਅੱਗੇ ਕੀ ਕੀ ਸੰਭਾਵਨਾਵਾਂ ਤੁਹਾਨੂੰ ਨਜ਼ਰ ਆ ਰਹੀਆਂ ਕਿ ਆਹ ਚੀਜ਼ਾਂ ਹੋ ਸਕਦੀਆਂ? ਸਰ ਪਹਿਲੀ ਤਾਂ 26/11 ਅਗਲੀ ਤਾਰੀਖ ਹੈ। ਦੂਜੀ ਚੀਜ਼ ਦੇਖੋ, ਟ੍ਰਾਇਲ ਸ਼ੁਰੂ ਹੋਣ ਦਾ ਪਹਿਲਾ ਕਦਮ ਚੁੱਕਿਆ ਗਿਆ, ਚਲਾਨ ਦੀ ਕਾਪੀ ਸਰਵ ਹੋਈ, ਅਜੇ ਕੇਸ ਕਮਿਟ ਹੋਣਾ ਸੈਸ਼ਨ ਕੋਰਟ ਨੂੰ, ਉਮੀਦ ਰੱਖਦੇ ਹਾਂ ਛੇਤੀ ਹੋ ਜਾਊਗਾ। ਔਰ ਕੋਰਟਸ ਦਾ ਵੀ ਇੱਕ ਐਟੀਟਿਊਡ ਤੁਸੀਂ ਦੇਖੋਗੇ ਕਿ ਉਹ ਪੁਰਾਣੇ ਕੇਸਿਸ ਨੂੰ ਐਕਸ਼ਨ ਪਲਾਨ ਦੇ ਵਿੱਚ ਪਾ ਦਿੰਦੇ ਆ, ਡਿਲੇ ਨਹੀਂ ਕਰਦੇ, ਸ਼ਾਰਟ ਡੇਟਸ ਦਿੰਦੇ ਆ। ਸੋ ਸਾਡੀ ਤਾਂ ਅਰਜ਼ੀ ਇਹੀ ਰਹੂਗੀ ਕੋਰਟ ਦੇ ਕੋਲ ਕਿ ਟ੍ਰਾਇਲ ਛੇਤੀ ਕੀਤਾ ਜਾਵੇ। ਜਨਰਲੀ ਕੋਰਟਸ ਇਹਨਾਂ ਚੀਜ਼ਾਂ ਲਈ, ਇਹੋ ਜਿਹੇ ਪੁਰਾਣੇ ਕੇਸਿਸ ਲਈ ਜਨਰਲੀ ਐਕਸਪੀਡੀਸ਼ੀਅਸ ਟ੍ਰਾਇਲ ਕਰਦੀਆਂ ਜੀ। ਜਿਵੇਂ ਤੁਸੀਂ ਦੇਖੋਗੇ MP MLAs ਦੀ ਟ੍ਰਾਇਲਸ ਦੇ ਲਈ ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਕਿ ਛੇਤੀ ਕਰੋ। ਬਿਲਕੁਲ। ਸੋ ਉਹੋ ਜਿਹੇ ਕੇਸਿਸ ਜਿਹੜੇ ਇਹੋ ਜਿਹੇ ਹੈਗੇ, ਇਹਨਾਂ ਦੇ ਵਿੱਚ ਜਨਰਲੀ ਸਾਡੀ ਇਹੋ ਜਿਹੇ ਕੇਸਿਸ ਦੇ ਵਿੱਚ ਪਲੀਜ਼ ਲਾਇਰਸ ਦੀਆਂ ਮੰਨ ਲਈਆਂ ਜਾਂਦੀਆਂ, ਪਾਰਟੀਜ਼ ਦੀਆਂ, ਐਗਰੀਵਡ ਪਾਰਟੀ ਦੀਆਂ ਜੀ, ਕਿ ਬਹੁਤ ਸਫਰ ਕੀਤਾ ਹੈ। ਸੋ ਅਸੀਂ ਉਹੀ ਉਮੀਦ ਰੱਖਦੇ ਹਾਂ ਕਿ ਇੱਥੇ ਵੀ ਜੇ ਅਸੀਂ ਅਰਜ਼ੀ ਲਾਵਾਂਗੇ, ਉਹ ਤਾਂ ਕੋਰਟ ਦੀ ਡਿਸਕ੍ਰਿਸ਼ਨ ਹੈ, ਕੋਰਟ ਦੀ ਮਰਜ਼ੀ ਹੈ ਜੀ। ਉਮੀਦ ਹੈ ਕਿ ਉਹ ਚੀਜ਼ ਐਕਸੈਪਟ ਹੋਊਗੀ ਜੀ। ਬਹੁਤ ਸ਼ੁਕਰੀਆ ਜੀ। ਪੰਜਾਬ ਤੇ ਹਰਿਆਣਾ ਦੇ ਸੀਨੀਅਰ ਐਡਵੋਕੇਟ ਪ੍ਰਦੀਪ ਵਿਰਕ ਜੀ ਨਾਲ ਅਸੀਂ ਗੱਲਬਾਤ ਕੀਤੀ ਹੈ। ਇਸ ਕੇਸ ਤੋਂ ਇੱਕ ਗੱਲ ਦਾ ਤਾਂ ਅੰਦਾਜ਼ਾ ਲੱਗ ਗਿਆ ਕਿ ਕਿੰਨੇ ਪੀੜਤ ਪਰਿਵਾਰ ਹੋਣਗੇ। ਬਹੁਤੇ ਜਿਹੜੇ ਘਰਾਂ 'ਚ ਚੁੱਪ ਰਹਿ ਜਾਂਦੇ ਆ ਤੇ ਕੁਝ ਲੜਾਈ ਲੜਦੇ ਰਹਿੰਦੇ ਆਖਰੀ ਦਮ ਤੱਕ, ਤੇ ਇਸ ਕੇਸ ਦੇ ਵਿੱਚ ਲੜਾਈ ਲੜਨ ਵਾਲਿਆਂ ਦੀ ਜਿੱਤ ਹੁੰਦੀ ਦਿਖਾਈ ਦੇ ਰਹੀ ਹੈ, ਭਾਵੇਂ ਕਿ ਜਿੱਤ ਦੇ ਨੇੜੇ ਹੈ। ਔਰ ਬਹੁਤ ਸਾਰੇ ਅਜਿਹੇ ਪਰਿਵਾਰ ਹੈ ਜਿਹੜੇ ਹਾਲੇ ਵੀ ਪੀੜਤ ਹੈ, ਜਿਹੜੇ ਬੇਉਮੀਦੇ ਹੋ ਗਏ ਸੀ। ਇਸ ਕੇਸ ਤੋਂ ਇੱਕ ਗੱਲ ਪਤਾ ਲੱਗਦੀ ਹੈ ਕਿ ਲੋਕਾਂ ਨੂੰ ਆਪਣੇ ਹੱਕਾਂ ਦੀ ਖਾਤਰ ਬਾਹਰ ਆਉਣਾ ਪਵੇਗਾ, ਚਾਹੇ ਕਾਨੂੰਨੀ ਲੜਾਈ ਲੜਨੀ ਪਵੇ ਜਾਂ ਧਰਨੇ ਮੁਜ਼ਾਹਰਿਆਂ ਦੇ ਜ਼ਰੀਏ ਜਾਂ ਜਿਸ ਤਰ੍ਹਾਂ ਵੀ, ਕਿ ਆਪਣੀ ਨਾਲ ਹੋਈ ਬੇਇਨਸਾਫੀ ਦੇ ਲਈ ਜੇਕਰ ਇਨਸਾਫ ਮੰਗੋਗੇ ਤਾਂ ਇੱਕ ਦਿਨ ਇਨਸਾਫ ਮਿਲਣ ਦੀ ਉਮੀਦ ਜ਼ਰੂਰ ਬਚਦੀ ਹੈ। ਤਾਂ ਸਾਡੀ ਇਸ ਕੇਸ ਦੇ ਉੱਤੇ ਨਜ਼ਰ ਬਣੀ ਰਹੇਗੀ। ਜਿਨ੍ਹਾਂ ਨੇ ਗੁਨਾਹ ਕੀਤੇ ਨੇ ਉਹਨਾਂ ਨੂੰ ਸਮੇਂ-ਸਮੇਂ ਤੇ ਅਸੀਂ ਉਜਾਗਰ ਕਰਦੇ ਰਹੀਏ ਅਜਿਹੇ ਕੇਸਾਂ ਦੇ ਬਾਬਤ, ਤੇ ਇਸ ਕੇਸ ਬਾਰੇ ਵੀ ਜਿਹੜਾ ਨਵਾਂ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਪਹਿਲ ਦੇ ਆਧਾਰ ਤੇ ਉਹ ਵੀ ਜਾਣਕਾਰੀ ਸਾਂਝੀ ਕੀਤੀ ਜਾਵੇ। ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ।